ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ ਦਿਨ ਹੈ ਸ਼ਨੀਵਾਰ 27 ਫਰਵਰੀ 16 ਫੱਗਣ ਨਾਨਕ ਸ਼ਰੀ ਸੰਮਤ 552 ਨੂੰ ਸ਼ਾਮ ਦਾ ਪ੍ਰੋਗਰਾਮ ਲੈ ਕੇ ਇੰਡੀਆ ਸਟੂਡੀਓ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਕੁਝ ਦੇਰ ਬਾਅਦ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਆਪਣੇ ਨਾਲ ਹੋ ਜਾਣਗੇ। ਮੁੱਖ ਖਬਰਾਂ 'ਤੇ ਨਜ਼ਰਾਂ ਮਾਰੀਏ। ਜਿਸ ਤਰ੍ਹਾਂ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸਤ ਗਰਮ ਹੈ ਅਤੇ ਉਧਰ 5 ਰਾਜਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਹੋ ਚੁੱਕਾ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਜਾਂ ਰਿਪੀਟ ਦੇ ਵਿੱਚ ਤੁਸੀਂ ਸੁਣਿਆ ਹੋਣਾ, ਇਸ ਸੰਬੰਧੀ ਅਸਾਮ ਦੇ ਵਿੱਚ 27 ਮਾਰਚ ਤੋਂ ਲੈ ਕੇ ਫਿਰ 1 ਅਤੇ ਫਿਰ 6 ਅਪ੍ਰੈਲ ਨੂੰ 3 ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਪਾਂਡੂਚੇਰੀ ਦੇ ਵਿੱਚ ਜਿੱਥੇ ਹਾਲੀਆ ਹੀ ਸਰਕਾਰ ਟੁੱਟੀ ਹੈ 6 ਅਪ੍ਰੈਲ ਨੂੰ ਹੋਣੀਆਂ ਨੇ ਅਤੇ 30 ਸੀਟਾਂ ਨੇ ਪਾਂਡੂਚੇਰੀ ਦੇ ਵਿੱਚ। ਅਸਾਮ ਦੇ ਵਿੱਚ 126 MLA ਦੀ ਚੋਣ ਆ। ਪੱਛਮੀ ਬੰਗਾਲ ਦੇ ਵਿੱਚ ਬਹੁਤ ਵੱਡਾ ਰਣ ਖੇਤਰ ਹੈ, MP ਸੀਟਾਂ ਵੀ ਕਾਫੀ ਨੇ। ਜਿਸ ਤਰ੍ਹਾਂ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ, ਪੱਛਮੀ ਬੰਗਾਲ ਦੇ ਵਿੱਚ 294 ਵਿਧਾਨ ਸਭਾ ਹਲਕੇ ਨੇ ਅਤੇ 8 ਗੇੜਾਂ ਦੇ ਵਿੱਚ ਇਹ ਚੋਣ ਹੋਣੀ ਹੈ। 27 ਮਾਰਚ ਤੋਂ ਇਹ ਚੋਣ ਸ਼ੁਰੂ ਹੋਣੀ ਹੈ ਅਤੇ 29 ਅਪ੍ਰੈਲ ਨੂੰ ਜਾ ਕੇ ਮੁੱਕਣੀ ਹੈ। ਇਸ ਦੌਰਾਨ ਫਿਰ 1 ਅਪ੍ਰੈਲ, 6 ਅਪ੍ਰੈਲ, 10, 17, 22, 26 ਅਤੇ 29 ਯਾਨੀ 27 ਮਾਰਚ ਤੋਂ ਲੈ ਕੇ 29 ਅਪ੍ਰੈਲ ਤੱਕ ਤਕਰੀਬਨ 1 ਮਹੀਨਾ ਇਹ ਬੰਗਾਲ ਦੀ ਚੋਣ ਹੋਣੀ ਹੈ। ਜਿਹੜੀ ਅੱਡੀ ਚੋਟੀ ਦਾ ਜ਼ੋਰ ਭਾਰਤੀ ਜਨਤਾ ਪਾਰਟੀ ਨੇ ਇਸ ਬੰਗਾਲ ਦਾ ਕਿਲ੍ਹਾ ਸਰ ਕਰਨ 'ਤੇ ਲਾਉਣਾ, ਕਿਉਂਕਿ ਇਹ ਕਾਮਰੇਡਾਂ ਦਾ ਖੱਬੇ ਪੱਖੀਆਂ ਦਾ ਹਮੇਸ਼ਾ ਗੜ੍ਹ ਰਿਹਾ। ਪਹਿਲਾਂ ਜੋਤੀ ਬਾਸੂ ਅਤੇ ਹੁਣ ਲਗਾਤਾਰ ਮਮਤਾ ਬੈਨਰਜੀ। ਅਤੇ ਇਸੇ ਤਰ੍ਹਾਂ ਕੇਰਲਾ ਦੀਆਂ 140 ਸੀਟਾਂ 'ਤੇ 6 ਅਪ੍ਰੈਲ ਨੂੰ ਚੋਣ ਹੋਣੀ ਹੈ ਅਤੇ ਤਾਮਿਲਨਾਡੂ ਦੀਆਂ ਵੀ 234 ਸੀਟਾਂ ਨੇ ਜਿੱਥੇ 6 ਅਪ੍ਰੈਲ ਨੂੰ ਚੋਣ ਹੋਣੀ ਹੈ ਅਤੇ ਮਈ 2 ਨੂੰ ਇਹਨਾਂ ਚੋਣਾਂ ਦੇ ਨਤੀਜੇ ਰਿਜ਼ਲਟ ਸਾਹਮਣੇ ਆ ਜਾਣੇ ਨੇ। ਇਸ ਸੰਬੰਧੀ ਕਿਸਾਨ ਅੰਦੋਲਨ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੇ ਗਲੇ ਦੀ ਵੱਡੀ ਹੱਡੀ ਬਣੇਗਾ। ਇਸ ਦੌਰਾਨ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੁਣ 5 ਮਾਰਚ ਨੂੰ ਹੋਵੇਗਾ, ਜਦੋਂ ਕਿ ਪਹਿਲਾਂ ਇਸ ਨੂੰ 8 ਮਾਰਚ ਨੂੰ ਪੇਸ਼ ਕਰਨ ਦੀ ਤਜਵੀਜ਼ ਸੀ। ਇਸ ਵਾਰੀ ਪੰਜਾਬ ਦਾ ਬਜਟ ਸੈਸ਼ਨ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਾਸਤੇ ਕਾਫੀ ਅਹਿਮ ਹੋਵੇਗਾ, ਕਿਉਂਕਿ ਇਲੈਕਸ਼ਨ ਦਾ ਜਿਹੜਾ ਈਅਰ ਹੈ, ਇਲੈਕਸ਼ਨ ਈਅਰ ਆ ਚੁੱਕਾ ਹੈ। ਸੋ ਇਸ ਸੰਬੰਧੀ ਕਈ ਸਾਰੇ ਮੁੱਦੇ ਇਸ ਮੁਤਲਕ ਉੱਠਣਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਕੈਬਨਿਟ ਦੀ ਜਿਹੜੀ ਬੈਠਕ ਕੀਤੀ ਹੈ, ਜਿਸ ਦੇ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ, ਇਸ ਨੂੰ ਲੈ ਕੇ ਕੀ ਚਰਚਾਵਾਂ ਜਿਹੜੀਆਂ ਇਸ ਦੇ ਵਿੱਚ ਖਾਸ ਕਰਕੇ ਜਿਹੜਾ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਸਾਰਾ ਸਿਲਸਿਲਾ ਚਰਚਾ ਦਾ ਵਿਸ਼ਾ ਹੋਏਗਾ। ਇਸ ਦੌਰਾਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਦਿਹਾੜਾ ਵੀ ਹੈ ਅਤੇ ਉਸ ਦੀ ਆਪਾਂ ਥੋੜ੍ਹੀ ਗੱਲ ਕਰਨੀ ਹੈ। ਅੱਜ ਥੋੜ੍ਹੀ ਜਿਹੀ ਮਾਫੀ ਚਾਹਾਂਗੇ ਕਿ ਅੱਜ ਥੋੜ੍ਹਾ ਜਿਹਾ ਸਮਾਂ ਆਪਾਂ ਥੋੜ੍ਹਾ ਲਾਵਾਂਗੇ। ਵੈਸੇ ਤਾਂ ਮਿੱਥਿਆ ਸਮਾਂ ਹੁੰਦਾ ਜਿਹੜਾ ਆਪਣੇ ਪ੍ਰੋਗਰਾਮ ਦਾ ਸ਼ਡਿਊਲ ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ 6 ਦਿਨ ਸਵੇਰੇ ਇਹ ਜਿਹੜਾ ਸ਼ਡਿਊਲ ਹੁੰਦਾ ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ। ਫਿਰ ਤੁਹਾਨੂੰ ਪਤਾ ਹੀ ਹੁੰਦਾ ਕਿ ਸ਼ਨੀਵਾਰ ਐਤਵਾਰ ਥੋੜ੍ਹੀ ਮਸ਼ਰੂਫੀਅਤ ਹੁੰਦੀ ਹੈ, ਸਮਾਜਿਕ ਕਾਰਜ ਹੁੰਦੇ ਨੇ। ਸੋ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਘੱਟ ਜਾ ਪਾਈਦਾ ਅਤੇ ਜ਼ਿਆਦਾਤਰ ਜਿਹੜਾ ਹੈਗਾ ਪਰ ਪ੍ਰੋਫੈਸ਼ਨ ਨੂੰ ਤਵੱਜੋ ਦੇਈਦੀ ਹੈ। ਪਰ ਇਸ ਦੌਰਾਨ ਕਿਤੇ ਨਾ ਕਿਤੇ ਕਈ ਗੱਲਾਂ ਹੁੰਦੀਆਂ ਨੇ ਕਿ ਜਿੱਥੇ ਜਾਣਾ ਆਉਣਾ। ਸੋ ਮੇਰਾ ਮਤਲਬ ਹੈ ਅਸੀਂ ਵੀ ਇੱਕ ਵਿਆਹ ਦਾ ਜਿਹੜਾ ਸਮਾਗਮ ਹੈ ਉਹ ਜਿਹੜਾ ਸਾਂਝਾ ਕਰਨਾ। ਸੋ ਉਸ ਦੌਰਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸੁਰਿੰਦਰ ਸਿੰਘ ਆਪਣੇ ਨਾਲ ਆ ਚੁੱਕੇ ਨੇ। ਅਹਿਮ ਖਬਰਾਂ 'ਤੇ ਚਰਚਾ ਉਹਨਾਂ ਦੇ ਨਾਲ ਵੀ ਕਰਾਂਗੇ ਅਤੇ ਇਸ ਦੌਰਾਨ ਅੱਜ ਤੁਹਾਡੀਆਂ ਕਾਲਸ ਨਹੀਂ ਲਈਆਂ ਜਾਣਗੀਆਂ। ਇਸ ਗੱਲ ਦੀ ਮੈਂ ਅਗਾਊਂ ਹੀ ਮਾਫੀ ਚਾਹੁੰਦਾ ਕਿ ਅੱਜ ਤੁਹਾਡੀਆਂ ਕਾਲਸ ਨਹੀਂ ਲਈਆਂ ਜਾਣਗੀਆਂ। ਇਹ ਰਿਕਾਰਡਡ ਪ੍ਰੋਗਰਾਮ ਹੈ ਪਰ ਫਰੈਸ਼ ਇਸ ਦੇ ਵਿੱਚ ਜਿਹੜੀਆਂ ਤਾਜ਼ਾ ਤਰੀਨ ਖਬਰਾਂ 'ਤੇ ਹੀ ਆਪਾਂ ਚਰਚਾ ਕਰਨੀ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਲਸ ਮੈਂ ਨਹੀਂ ਲੈ ਸਕਾਂਗਾ ਕਿਉਂਕਿ ਰਿਕਾਰਡਡ ਪ੍ਰੋਗਰਾਮ ਹੈ। ਇਸ ਦੇ ਲਈ ਆਪ ਤੋਂ ਮਾਫੀ। ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਬਾਈ ਜੀ ਆਪਣੇ ਨਾਲ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ? ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਮਿਹਰਬਾਨੀ। ਮਿਹਰਬਾਨੀ ਜੀ। ਮੈਂ ਕਿਹਾ ਅੱਜ ਮੈਂ ਜ਼ਿਕਰ ਕਰ ਰਿਹਾ ਸੀਗਾ ਥੋੜ੍ਹਾ ਪਰਿਵਾਰਕ ਫੰਕਸ਼ਨ ਹੈ, ਇਸ ਕਰਕੇ ਸਰੋਤਿਆਂ ਤੋਂ ਕਿ ਤੁਸੀਂ ਅੱਜ ਕਾਲ ਪਲੀਜ਼ ਨਾ ਕਰਿਓ ਅਤੇ ਅੱਜ ਮੈਂ ਅਤੇ ਸੁਰਿੰਦਰ ਜੀ ਨੇ ਗੱਲਾਂ ਬਾਤਾਂ ਕਰਨੀਆਂ ਨੇ। ਅਤੇ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਵੈਸੇ ਤਾਂ ਵਿਆਹ ਬਹੁਤ ਵਧੀਆ ਸਮਾਗਮ ਹੁੰਦਾ ਕਿਉਂਕਿ
ਪੰਜਾਬੀਆਂ ਦੇ ਵਾਸਤੇ ਮੈਂ ਕਹਿਣਾ ਹੁੰਦਾ ਕਿ ਦੋ ਮੌਕੇ ਨੇ ਜਦੋਂ ਆਪਣੇ ਦਿਲਾਂ ਦੀਆਂ ਹੁੱਬਾਂ ਪੂਰੀਆਂ ਕਰਦੇ ਨੇ। ਇੱਕ ਹੁੰਦਾ ਮੇਲੇ ਜਾਣਾ ਅਤੇ ਦੂਸਰਾ ਜੰਝ ਚੜ੍ਹਨਾ। ਮੇਲੇ 'ਚ ਜੰਝ 'ਚ ਤਾਂ ਲਾੜਾ ਇੱਕੋ ਹੀ ਹੁੰਦਾ, ਪਰ ਮੇਲੇ 'ਚ ਸਭੇ ਲਾੜੇ ਹੁੰਦੇ ਨੇ। ਪਰ ਅੱਜ ਕੱਲ੍ਹ ਦੇ ਜਿਹੜੇ ਵਿਆਹ ਨੇ ਉਹ ਵੀ ਬਹੁਤ ਅਹਿਮ ਹੋ ਚੁੱਕੇ ਨੇ। ਅਤੇ ਹੁਣ ਕਰੋਨਾ ਵੀ ਹੈ ਅਤੇ ਵਿਆਹਾਂ ਦਾ ਸ਼ਾਹਾਨਾ ਅੰਦਾਜ਼ ਵੀ ਹੈ। ਪਰ ਜਿਸ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਅਗਰ ਗੱਲ ਕਰੀਏ, ਉਹਦਾ ਵੀ ਵਿਆਹ ਵਾਲਾ ਹੀ ਸਮਾਗਮ ਹੈ, ਕਿਉਂਕਿ ਆਖਰੀ ਬਜਟ ਨੇ ਤਕਰੀਬਨ। ਅਗਲੇ ਵਾਰ ਦਾ ਤਾਂ ਬਜਟ ਇੱਦਾਂ ਫਟਾਫਟ ਪਤਾ ਨਹੀਂ ਕਿੱਦਾਂ ਪੇਸ਼ ਕਰਨਗੇ। ਪਰ ਹੁਣ ਜਿਹੜਾ ਬਜਟ ਸੈਸ਼ਨ ਪੰਜਾਬ ਸਰਕਾਰ ਦਾ ਸ਼ੁਰੂ ਹੋਣਾ, ਆਪਾਂ ਉਹਦੀ ਵੀ ਗੱਲ ਕਰਨੀ ਹੈ। ਪਰ ਸਭ ਤੋਂ ਪਹਿਲਾਂ ਅਹਿਮ ਮੁੱਦਾ ਕਿਸਾਨੀ ਦਾ। ਕਿਸਾਨੀ ਮੁੱਦੇ 'ਤੇ ਕੀ ਕੁਛ ਹੋ ਰਿਹਾ, ਕੀ ਅੱਜ ਦੀ ਡਿਵੈਲਪਮੈਂਟ ਰਹੀ ਹੈ? ਜੀ ਵੈਲਕਮ ਸੁਰਿੰਦਰ ਜੀ, ਕੰਟੀਨਿਊ ਪਲੀਜ਼। ਟਵਾਣਾ ਸਾਹਿਬ, ਗੱਲ ਇਹ ਆ ਕਿ ਕਿਸਾਨੀ ਅੰਦੋਲਨ ਜਿਹੜੀ ਆਪਾਂ ਸ਼ੁਰੂਆਤ 'ਚ ਗੱਲ ਕਰਦੇ ਸੀ, ਦਿਨੋਂ ਦਿਨ ਜਿਹੜਾ ਉਹ ਵੱਧਦਾ ਤੁਰਿਆ ਜਾ ਰਿਹਾ, ਤੇ ਮਤਲਬ ਉਹਨੇ ਪੂਰੇ ਭਾਰਤ ਨੂੰ ਆਪਣੇ ਕਲਾਵੇ ਦੇ ਵਿੱਚ ਜਿਹੜਾ ਉਹ ਲੈ ਲਿਆ ਹੋਇਆ ਵਾ। ਉਹਦਾ ਜਿੰਨਾ ਵੀ ਸਰਕਲ ਵਧਣਾ ਸੀ, ਜੇ ਕਹਿ ਦਈਏ ਕਿ ਉਹ ਪੂਰੇ ਦਾ ਪੂਰਾ ਦਿਨੋਂ ਦਿਨ ਵੱਧਦਾ ਤੁਰਿਆ ਜਾ ਰਿਹਾ। ਇਕੱਲੇ ਪੰਜਾਬ ਨੂੰ ਨਾ ਤੁਸੀਂ ਛੇੜੋ, ਇਕੱਲਾ ਹਰਿਆਣਾ ਨਾ ਛੇੜੋ, ਉੱਤਰ ਪ੍ਰਦੇਸ਼, ਉੱਤਰਾਂਚਲ, ਮਹਾਰਾਸ਼ਟਰ ਤੇ ਤੁਸੀਂ ਜਿੱਥੋਂ ਤੱਕ ਸਵਾਲ ਆਪਣੇ ਦਾ ਰਾਜਸਥਾਨ ਦਾ, ਇਹਨਾਂ ਨੂੰ ਨਾ ਛੇੜੋ। ਟਵਾਣਾ ਸਾਹਿਬ, ਪੂਰੇ ਦੇ ਪੂਰੇ ਭਾਰਤ ਨੂੰ ਕਲਾਵੇ 'ਚ ਜਿਹੜਾ ਕਿਸਾਨੀ ਅੰਦੋਲਨ ਆ ਉਹ ਲੈ ਚੁੱਕਿਆ ਵਾ। ਔਰ ਜਿਸ ਤਰੀਕੇ ਦੇ ਨਾਲ ਰੈਲੀਆਂ ਜਿਹੜੀਆਂ ਉਹ ਪੂਰੇ ਭਾਰਤ 'ਚ ਹੋ ਰਹੀਆਂ, ਪੂਰੇ ਭਾਰਤ ਦੇ ਵਿੱਚੋਂ ਜਥੇ ਜਿਹੜੇ ਆ ਉਹ ਨਿਰੰਤਰ ਜਿਹੜੇ ਆ ਉਹ ਬਾਰਡਰਾਂ ਵੱਲ ਨੂੰ ਤੁਰੇ ਆ ਰਹੇ ਆ। ਲੋਕ ਇੱਧਰੋਂ ਤੁਰੇ ਜਾ ਰਹੇ ਆ, ਉੱਧਰੋਂ ਤੁਰੇ ਆ ਰਹੇ ਆ। ਮਤਲਬ ਇਹ ਇੱਕ, ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਦੋ ਮੌਕੇ ਜ਼ਿੰਦਗੀ 'ਚ ਹੁੰਦੇ, ਇੱਕ ਵਿਆਹ ਦਾ ਤੇ ਇੱਕ ਮੇਲੇ ਦਾ। ਇਹ ਜਿਹੜਾ ਮੇਲਾ, ਇਹਦੇ 'ਚ ਸਾਰੇ ਹੀ ਲਾੜੇ ਆ, ਤੇ ਸਾਰਾ ਮੇਲਾ ਜਿਹੜਾ ਉਹ ਵਾਕਿਆ ਹੀ ਇਹ ਮੇਲਾ ਜਿਹੜਾ ਇਹ ਭਾਰਤ ਦੇ ਇਤਿਹਾਸ ਦਾ ਇੱਕ ਵਿਲੱਖਣ ਕਿਸਮ ਦਾ ਮੇਲਾ ਜਿਹੜਾ ਉਹ ਹੋ ਨਿਬੜਨਾ। ਹਾਂ ਠੀਕ ਹੈ, ਇਹਦਾ ਫੈਸਲਾ ਕਦੋਂ ਹੁੰਦਾ ਉਹ ਕਹਿ ਨਹੀਂ ਸਕਦੇ। ਫੈਸਲਾ 2 ਸਾਲਾਂ ਨੂੰ ਹੁੰਦਾ, 4 ਨੂੰ ਹੁੰਦਾ, ਉਹ ਬਾਅਦ ਦੀ ਗੱਲ ਆ। ਪਰ ਇੱਕ ਗੱਲ ਟਵਾਣਾ ਸਾਹਿਬ ਜ਼ਰੂਰ ਆ, ਭਾਰਤ ਦੇ ਇਤਿਹਾਸ ਦੇ ਵਿੱਚ ਇਸ ਮੇਲੇ ਦੀ ਜਿਹੜੀ ਥਾਂ ਹੋਣੀ ਆ, ਸ਼ਾਇਦ ਕੋਈ ਹੋਰ ਮੇਲਾ, ਹੋਰ ਕੋਈ ਸਟਰਗਲ ਜਿਹੜਾ ਉਹ ਇਹਦੀ ਥਾਂ ਨਾ ਲੈ ਸਕੇ, ਜਿਹੜੀ ਥਾਂ ਇਹਦੀ ਹੁਣ ਤੱਕ ਬਣ ਗਈ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਆ ਉਹ ਬਣਨੀ ਆ। ਜੀ ਸੁਰਿੰਦਰ ਜੀ, ਜਿਸ ਤਰ੍ਹਾਂ ਕਹਿੰਦੇ ਨੇ ਨਾ, ਵਿਆਹ ਦੇ ਵਿੱਚ ਬੀ ਦਾ ਲੇਖਾ। ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਬੜੀ ਪੜਚੋਲ ਕੀਤੀ ਹੈ, ਪਹਿਲਾਂ ਵੀ ਸੁਚੇਤ ਕੀਤਾ ਸੀ ਕਿ ਕਈ ਚੀਜ਼ਾਂ ਮੰਦਭਾਗੀਆਂ ਵਾਪਰ ਸਕਦੀਆਂ ਨੇ। ਪਰ ਉਸ ਦੌਰਾਨ ਇਸ ਕਿਸਾਨ ਰੂਪੀ ਮੇਲੇ ਦੇ ਵਿੱਚ ਆਪਣੇ ਆਪ ਦੇ ਵਿੱਚ, ਜਿਸ ਤਰ੍ਹਾਂ ਸਿੱਖ ਵਿਰਾਸਤ, ਖਾਸ ਕਰਕੇ ਲੰਗਰ ਦੀ ਸੇਵਾ, ਸਾਡਾ ਉਹ ਭਾਈ ਘਨੱਈਏ ਵਾਲਾ ਕੰਸੈਪਟ ਹੈ, ਦੁਸ਼ਮਣ ਨੂੰ ਵੀ ਮੱਲਮ ਪੱਟੀ ਪ੍ਰਸ਼ਾਦਾ, ਇਸ ਦੌਰਾਨ ਬੜਾ ਕੁਛ ਸੀ। ਹਾਲੀਆ ਇਸ ਅੰਦੋਲਨ ਨੂੰ ਲੈ ਕੇ ਹੁਣ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਜਿਸ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਦੀਪ ਸਿੱਧੂ ਦੇ ਨਾਲ ਵੀ ਸੰਬੰਧਿਤ ਖਬਰਾਂ ਨੇ ਕਿ ਉਹਨੇ ਵੀ ਸਪੈਸ਼ਲ ਸੈੱਲ ਵਾਸਤੇ ਆਗਿਆ ਮੰਗੀ ਸੀ ਕਿ ਮੈਨੂੰ ਜੇਲ੍ਹ 'ਚ ਵੀ ਖਤਰਾ, ਪਰ ਉਹ ਅਰਜੀ ਵਾਪਸ ਲੈ ਲਈ, ਉਸਨੂੰ ਵੱਖਰੇ ਸੈੱਲ ਭੇਜਿਆ ਗਿਆ। ਲੱਖੇ ਸਿਧਾਣੇ ਦਾ ਜਿਹੜਾ ਫੇਸਬੁੱਕ ਪੇਜ ਹੈ, ਉਸ 'ਤੇ ਵੀ ਜਿਹੜਾ ਮੇਲਾ ਲੱਗਿਆ ਹੋਇਆ ਸੀਗਾ, ਜਾਣੀ ਕਿ ਉਹਦੇ ਫਾਲੋਅਰ ਸੀ 2.5-3 ਲੱਖ, ਉਹ ਮੇਲੇ 'ਚ ਵੀ ਭੰਗਣਾ ਪਾ ਦਿੱਤੀ ਸਰਕਾਰ ਨੇ, ਉਹ ਵੀ ਬੈਨ ਕਰ ਦਿੱਤਾ। ਉਹਨਾਂ ਦੋਨਾਂ ਮੁੱਦਿਆਂ 'ਤੇ ਵੀ ਆਪਾਂ ਗੱਲ ਕਰਨੀ ਹੈ ਇਹਨਾਂ 'ਤੇ। ਅਤੇ ਨਾਲ ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਕਿੱਥੇ ਕਿੱਥੇ ਕੀ ਹੋਇਆ, ਉਹਦੇ ਬਾਰੇ ਆਪਾਂ ਗੱਲਬਾਤ ਕਰੀਏ ਜੀ। ਜਾਂ ਕੱਲ੍ਹ ਨੂੰ ਕੀ, ਕਿਉਂਕਿ ਕੱਲ੍ਹ ਐਤਵਾਰ ਦਾ ਦਿਨ ਹੈ, ਐਤਵਾਰ ਨੂੰ ਜ਼ਿਆਦਾ ਸਮਾਗਮ ਪੰਚਾਇਤਾਂ ਵੀ ਹੋਣਗੀਆਂ, ਅਤੇ ਉਸ ਮੁਤਾਬਕ ਕਿਸਾਨੀ ਪੱਖ ਇਹਦੇ ਬਾਰੇ ਕੀ ਚੱਲ ਰਿਹਾ, ਅਤੇ ਫਿਰ ਇਸ ਤੋਂ ਬਾਅਦ ਸਰਕਾਰ ਨੇ ਅੱਜ ਕੀ ਕੁਛ ਕੀਤਾ ਅਤੇ ਕੱਲ੍ਹ ਨੂੰ ਕੀ ਕੁਛ ਕਰ ਸਕਦੀ ਹੈ। ਕਿਉਂਕਿ 5 ਰਾਜਾਂ ਦੀਆਂ ਚੋਣਾਂ ਮੋਦੀ ਸਰਕਾਰ ਵਾਸਤੇ ਇੱਕ ਵੱਡੀ ਸਮੱਸਿਆ, ਕਿਉਂਕਿ ਇਹ ਵੀ ਖਬਰਾਂ ਆ ਗਈਆਂ ਨੇ ਕਿ ਕਿਸਾਨਾਂ ਨੇ ਆਪਣਾ ਰੋਡ ਮੈਪ ਬਣਾ ਲਿਆ ਕਿ ਇਹਨਾਂ 5 ਸੂਬਿਆਂ ਦੇ ਵਿੱਚ ਕਿਵੇਂ ਜਾ ਕੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਉੱਥੋਂ ਦੇ ਸਥਾਨਕ ਲੋਕਾਂ ਨੂੰ ਲਾਮਬੰਦ ਕਰਨਾ। ਜਾਣੀ ਕਿ ਇਹ ਜਿਹੜਾ ਸਿੰਘੂ ਟਿੱਕਰੀ ਬਾਰਡਰ ਦੇ ਨਾਲ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਵੀ ਕਿਸਾਨਾਂ ਨੇ ਆਪਣੀ ਜੰਗ ਲੜਨ ਦਾ ਐਲਾਨ ਕਰ ਦਿੱਤਾ ਕਿ ਤੁਹਾਨੂੰ ਹੁਣ ਉੱਥੇ ਉਹਨਾਂ ਸੂਬਿਆਂ 'ਚ ਜਾ ਕੇ ਉਹਨਾਂ ਕਿਸਾਨਾਂ ਦੇ ਸਾਹਮਣੇ ਜਾ ਕੇ ਦੱਸਾਂਗੇ ਕਿ ਤੁਹਾਨੂੰ ਇਹ ਮੋਦੀ ਸਰਕਾਰ ਕਿਵੇਂ ਲੁੱਟਣ ਜਾ ਰਹੀ ਹੈ। ਜੀ ਕੰਟੀਨਿਊ ਪਲੀਜ਼। ਟਵਾਣਾ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕਿਸਾਨ ਆਗੂ ਨੇ ਉਹ ਵਾਰ-ਵਾਰ ਕਹਿ ਰਹੇ ਆ ਕਿ ਸਾਨੂੰ ਬਾਰਡਰ ਤੇ ਬੈਠਾ ਰਹਿਣ ਦਿੱਤਾ ਜਾਵੇ, ਅਸੀਂ ਇੱਥੇ ਬੈਠ ਕੇ ਅਗਲੀ ਰਣਨੀਤੀ ਤਿਆਰ ਕਰੀਏ ਤੇ ਉਸ ਰਣਨੀਤੀ ਦੇ ਮੁਤਾਬਕ ਅਸੀਂ ਕੇਂਦਰ ਸਰਕਾਰ ਦੇ ਵਿਰੁੱਧ ਆਪਣੀ ਲੜਾਈ ਜਿਹੜੀ ਆ ਉਹਨੂੰ ਨਿਰੰਤਰ ਜਾਰੀ ਰੱਖੀਏ। ਪਰ ਉਹਨਾਂ ਦੀ ਮਜਬੂਰੀ ਕੀ ਹੋ ਰਹੀ ਹੈ ਕਿ ਵੱਖ-ਵੱਖ ਸਟੇਟਾਂ 'ਚ
ਉੱਥੇ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਇਹ ਮਹਾਂ ਰੈਲੀਆਂ ਰੱਖੀਆਂ ਜਾ ਰਹੀਆਂ ਨੇ ਤੇ ਉਹ ਲੋਕਾਂ ਵੱਲੋਂ ਜਿਸ ਤਰ੍ਹਾਂ ਉਹਨਾਂ ਨੂੰ ਹੰਗਾਰਾ ਦਿੱਤਾ ਜਾ ਰਿਹਾ ਤੇ ਜਿਸ ਤਰ੍ਹਾਂ ਉੱਤੇ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਵੱਲੋਂ ਕਿਸਾਨ ਆਗੂਆਂ ਨੂੰ ਸੱਦੇ ਦਿੱਤੇ ਜਾ ਰਹੇ ਨੇ। ਕਿਸਾਨ ਆਗੂ ਵੀ ਮਜਬੂਰ ਨੇ, ਉਹ ਉਹਨਾਂ ਨੂੰ ਛੱਡ ਨਹੀਂ ਸਕਦੇ, ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਉੱਥੇ ਜਾਣਾ ਪੈਂਦਾ। ਇਹ ਵੀ ਉਹਨਾਂ ਦੀ ਇੱਕ ਮਜਬੂਰੀ ਆ। ਉਹ ਵਾਰ-ਵਾਰ ਕਹਿੰਦੇ ਕਿ ਸਾਨੂੰ ਸਮਾਂ ਮਿਲੇ, ਅਸੀਂ ਅਗਲੀ ਰਣਨੀਤੀ ਤੈਅ ਕਰਨੀ ਆ, ਉਹਦੇ ਲਈ ਸਾਰੇ ਇਕੱਠੇ ਬੈਠਾਂਗੇ। ਦੇਖੋ ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਬੈਠਣਗੀਆਂ, ਫਿਰ ਪੂਰੇ ਇੰਡੀਆ ਦੀਆਂ ਬੈਠਣਗੀਆਂ, ਉਹਦੇ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਲੈਵਲ ਤੇ ਉੱਤੇ ਕਮੇਟੀ ਬਣੀ, ਫਿਰ ਉਹ ਫੈਸਲਾ ਲਏਗੀ ਜਿਹਨੂੰ ਸਾਰੇ ਮੰਨਣਗੇ। ਮਤਲਬ ਕਿਤੇ ਨਾ ਕਿਤੇ ਸਮੱਸਿਆ ਇਹ ਵੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਉਹ ਇਗਨੋਰ ਨਹੀਂ ਕਰ ਸਕਦੇ, ਉਹਨਾਂ ਦਾ ਕਹਿਣਾ ਮੰਨਣਾ ਪੈਂਦਾ ਤੇ ਉਹਨਾਂ ਨੂੰ ਅਲੱਗ-ਅਲੱਗ ਸਟੇਟਾਂ 'ਚ ਜਿਹੜਾ ਉਹ ਜਾਣਾ ਪੈ ਰਿਹਾ। ਟਵਾਣਾ ਸਾਹਿਬ ਤੁਸੀਂ ਦੇਖੋ, ਪੰਜਾਬ ਨੂੰ ਛੱਡ ਦਿਓ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਵੈਸਟਰਨ ਯੂਪੀ ਤੇ ਸੈਂਟਰਲ ਯੂਪੀ ਤੇ ਉੱਤਰਾਂਚਲ, ਇੱਥੇ ਲਗਾਤਾਰ ਰੈਲੀਆਂ ਜਿਹੜੀਆਂ ਹੁੰਦੀਆਂ ਤੁਰੀਆਂ ਆ ਰਹੀਆਂ ਔਰ ਏਡੀਆਂ ਵੱਡੀਆਂ ਰੈਲੀਆਂ ਜਿਹਦਾ ਕੋਈ ਅੰਤ ਨਹੀਂ। ਉਹ ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਨੂੰ ਉਹਦੇ ਲਈ ਸੱਦਾ ਪੱਤਰ ਆਉਂਦਾ ਤੇ ਟਵਾਣਾ ਸਾਹਿਬ ਫੇਰ ਉਹਨਾਂ ਨੂੰ ਡਿਸੀਜਨ ਲੈਣਾ ਪੈਂਦਾ ਕਿ ਕਿਹੜੇ ਨੇ ਆਗੂ ਨੇ ਕਿਸ ਜਗ੍ਹਾ ਦੇ ਉੱਤੇ ਜਾਣਾ ਤੇ ਉਸੇ ਹਿਸਾਬ ਨਾਲ ਡਿਊਟੀਆਂ ਲੱਗਦੀਆਂ ਨੇ। ਟਵਾਣਾ ਸਾਹਿਬ ਹੁਣ ਹਰਿਆਣੇ ਦੇ ਅੰਦਰ ਰੈਲੀ ਹੋਏਗੀ, ਉਧਰ ਰਾਜਸਥਾਨ 'ਚ ਹੋਏਗੀ, ਉਧਰ ਵੈਸਟਰਨ ਤੇ ਸੈਂਟਰਲ ਯੂਪੀ 'ਚ ਹੋਏਗੀ, ਉਧਰ ਉੱਤਰਾਂਚਲ ਹੋਏਗੀ। ਜਦੋਂ 5-5 6-6 ਰੈਲੀਆਂ ਇੱਕ ਦਿਨ 'ਚ ਹੋਣਗੀਆਂ ਤੇ ਟਵਾਣਾ ਸਾਹਿਬ ਫਿਰ ਜਿੰਨੇ ਵੀ ਲੀਡਰਸ਼ਿਪ ਆ ਉਹ ਸਾਰੀ ਨੂੰ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਣਾ ਪਏਗਾ ਤੇ ਕੁਝ ਲੀਡਰਸ਼ਿਪ ਜਿਹੜੀ ਆ ਉਹਨਾਂ ਨੂੰ ਜਿਹੜੇ ਵੀ ਉਹਨਾਂ ਕੋਲੇ ਇਹ ਪੰਜੇ ਦੇ ਪੰਜੇ ਬਾਰਡਰ ਨੇ ਟਵਾਣਾ ਸਾਹਿਬ, ਉਹਨਾਂ ਬਾਰਡਰਾਂ ਦੇ ਉੱਤੇ ਵੀ ਉਹਨਾਂ ਨੂੰ ਆਪਾਂ ਨੂੰ ਆਪਣੀ ਕੁਝ ਲੀਡਰਸ਼ਿਪ ਛੱਡਣੀ ਪਏਗੀ। ਜਿਹੜੀਆਂ ਸਟੇਜਾਂ ਨੇ ਉਹਦੇ ਸੰਚਾਲਨ ਲਈ ਕਮੇਟੀਆਂ ਵੀ ਮਗਰ ਛੱਡ ਕੇ ਜਾਣੀਆਂ ਪੈਣਗੀਆਂ। ਇਹ ਸਾਰਾ ਕੁਝ ਜਿਹੜਾ ਉਹਨੂੰ ਉਹ ਫੇਸ ਕਰਦੇ ਤੁਰੇ ਆ ਰਹੇ ਨੇ, ਇਹ ਕਿਤੇ ਨਾ ਕਿਤੇ ਉਹਨਾਂ ਦੀ ਸਮੱਸਿਆ ਵੀ ਆ। ਪਰ ਜਿਸ ਤਰ੍ਹਾਂ ਟਵਾਣਾ ਸਾਹਿਬ ਅੰਦੋਲਨ ਵੱਧਦਾ ਜਾ ਰਿਹਾ, ਠੀਕ ਆ, ਭਾਰਤ ਸਰਕਾਰ ਉਹ ਬੜਾ ਕੁਝ ਕਰੇਗੀ, ਉਹਨਾਂ ਨੇ ਜੋ ਕੁਝ ਕਰਨਾ ਉਹ ਕਰਦੀ ਆ ਰਹੀ ਆ। ਰਹੀ ਗੱਲ ਅੱਜ ਦਾ ਜਿਹੜਾ ਦਿਹਾੜੇ ਦੀ ਗੱਲ ਸੀ ਟਵਾਣਾ ਸਾਹਿਬ, ਅੱਜ ਵਾਲਾ ਦਿਹਾੜਾ ਜਿਹੜਾ ਸੀਗਾ ਉਹ ਸਾਰੇ ਦੀਆਂ ਸਾਰੀਆਂ, ਹਾਂਜੀ ਇੱਕ ਸੈਕਿੰਡ ਮੈਂ ਤੁਹਾਨੂੰ ਰੋਕਾਂਗਾ ਕਿ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਤੋਂ ਜਿਹੜਾ ਨਵਾਂ ਕੇਡਰ ਹੈ ਉਹਦੀ ਤਿਆਰੀ ਤਕਰੀਬਨ ਉਹਦੀਆਂ ਮਸ਼ਕਾਂ ਹੋ ਗਈਆਂ ਨੇ, ਜਿਹਨੂੰ ਕਹਿੰਦੇ ਨੇ ਕਿ ਮੌਕ ਡਰਿਲ। ਜਿਹੜਾ ਪਰਸੋਂ ਤੋਂ ਇਹਨਾਂ ਨੇ ਦਿੱਲੀ ਬਾਰਡਰਾਂ ਦੀ ਜਿਹੜੀ ਅਗਵਾਈ ਹੈ ਸਾਰੀ ਮੰਚ ਦੀ, ਉਹ ਨੌਜਵਾਨ ਕੇਡਰ ਨੂੰ ਦੇ ਦਿੱਤੀ ਹੈ। ਇਹ ਚੋਣਾਂ ਦਾ ਤਾਂ ਪਤਾ ਹੀ ਸੀ ਕਿ ਐਲਾਨ ਹੋਣਾ ਹੀ ਹੋਣਾ, ਸੋ ਕਿਸਾਨਾਂ ਨੇ ਉਸ ਦੇ ਵਾਸਤੇ ਅਗਾਊਂ ਤਿਆਰੀ ਵਿੱਢ ਲਈ ਹੈ। ਜਿਹੜੀ ਵਿਚਲੀ ਗੱਲ ਹੈ ਕਿ ਨੌਜਵਾਨਾਂ ਨੂੰ ਇਹ ਤਿਆਰੀ ਦੇਣੀ ਕਿ ਇੱਕ ਤਾਂ ਚਲੋ ਨੌਜਵਾਨ ਵਰਗ ਦੀ ਨਾਰਾਜ਼ਗੀ ਦੂਰ ਹੋਏਗੀ, ਜਿਹੜੇ ਕੁਝ ਲੋਕ ਕਹਿੰਦੇ ਨੇ ਕਿ ਨੌਜਵਾਨਾਂ ਨੂੰ। ਦੂਸਰਾ, ਜਦੋਂ ਪਹਿਲਾਂ ਨੌਜਵਾਨ ਇਹਨਾਂ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਦਾ ਸਾਰਾ ਸਿਲਸਿਲਾ ਪਤਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਤੇ ਫਿਰ ਇਹਨਾਂ ਕਿਸਾਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਇਹਨਾਂ ਨੌਜਵਾਨਾਂ ਦੇ ਅਗਲੇ ਕੇਡਰ ਤੇ ਮੋਢੇ ਤੇ ਪਾ ਦਿੱਤੀ, ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਕਿਸਾਨ ਹੀ ਜਾਣਗੇ, ਇਹ ਤਾਂ ਗੱਲ ਕਲੀਅਰ ਹੈ। ਉਹ ਲੋਕ ਤਿਆਰ ਹੋ ਗਏ ਨੇ, ਮਸ਼ਕਾਂ ਉਹਨਾਂ ਨੇ ਕਰ ਲਈਆਂ ਨੇ, ਹਾਲ ਦੀ ਮੁੰਨੀ ਹੁਣ ਆਪਣੇ ਮੁੰਡਿਆਂ ਕੁੜੀਆਂ ਨੂੰ ਫੜਾ ਦਿੱਤੀ ਹੈ। ਪਰ ਜਦੋਂ ਇਹ ਕਿਸਾਨ ਹੁਣ ਇਹਨਾਂ 5 ਸੂਬਿਆਂ 'ਚ ਜਾਣਗੇ ਦੂਰ ਦਰਾਡੇ, ਹਾਲਾਂਕਿ ਉੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਜ਼ਿਆਦਾ ਬੰਗਾਲ ਜਾਂ ਜਿੱਥੇ ਜ਼ਿਆਦਾ ਪਾਂਡੀਚਰੀ, ਜਿੱਥੇ ਸਾਰਾ ਕੁਝ ਹੋ ਰਿਹਾ, ਕੀ ਉਸ ਤਰ੍ਹਾਂ ਉੱਥੇ ਰੈਲੀਆਂ 'ਤੇ ਜਾ ਰਹੇ ਜੇ ਇਹਨਾਂ ਕਿਸਾਨ ਆਗੂਆਂ ਨੂੰ ਸਰਕਾਰ ਗ੍ਰਿਫਤਾਰ ਕਰ ਸਕਦੀ ਹੈ, ਸੈਂਟਰ ਸਰਕਾਰ, ਜਾਂ ਕੀ? ਕਿਉਂਕਿ ਉੱਥੋਂ ਦੀਆਂ ਸਰਕਾਰਾਂ ਵੀ ਚਾਹੁਣਗੀਆਂ ਕਿ ਇਹ ਕਿਸਾਨ ਆਗੂ ਉਹਨਾਂ ਦੇ ਸੂਬਿਆਂ 'ਚ ਆਉਣ ਅਤੇ ਭਾਰਤ ਸਰਕਾਰ ਦੀ, ਬੀਜੇਪੀ ਸਰਕਾਰ ਦੀ ਪੋਲ ਖੋਲ੍ਹਣ। ਹਾਲਾਂਕਿ ਬੰਗਾਲ ਹੈ ਜਾਂ ਉੱਥੋਂ ਦੀ ਪੁਲਿਸ ਜਾਂ ਉੱਥੋਂ ਦਾ, ਕਿਉਂਕਿ ਰੂਲਿੰਗ ਪਾਰਟੀ ਦਾ ਕਿਤੇ ਨਾ ਕਿਤੇ ਅਸਰ ਹੁੰਦਾ, CRP ਵੀ ਲੱਗੇਗੀ। ਹੁਣ ਇਹ ਕਿਸਾਨ ਜਦੋਂ ਪੰਜਾਬ ਇਸ ਸਿੰਘੂ ਬਾਰਡਰ ਤੋਂ ਬਾਹਰ ਜਾ ਕੇ ਉਹਨਾਂ ਸੂਬਿਆਂ ਦੇ ਵਿੱਚ ਪ੍ਰਚਾਰ ਕਰਨਗੇ, ਆਪਣੀਆਂ ਪੰਚਾਇਤਾਂ ਰੱਖਣਗੇ, ਤਾਂ ਕੀ ਸੈਂਟਰ ਸਰਕਾਰ ਇਹਨਾਂ ਚੋਣਾਂ ਦੇ ਦੌਰਾਨ ਇਹਨਾਂ ਦੀਆਂ ਗ੍ਰਿਫਤਾਰੀਆਂ ਕਰਨ ਦਾ ਹੌਸਲਾ ਵਿਖਾ ਸਕਦੀ ਹੈ? ਉਸ ਦੇ ਨਾਲ ਇੱਕ ਜਵਾਲਾ ਭੜਕੇਗੀ। ਇਹ ਕੀ ਨਜ਼ਰੀਆ ਰਹੇਗਾ? ਕਿਉਂਕਿ ਵਿਰੋਧੀ ਪਾਰਟੀਆਂ ਨੇ ਤਾਂ BJP ਸਰਕਾਰ ਦੇ ਵਿਰੁੱਧ ਪ੍ਰਚਾਰ ਕਰਨਾ ਹੀ ਹੈ, ਪਰ ਜਿਹੜਾ ਆਵਾਮ ਹੈ, ਜਿਹੜਾ ਆਮ ਲੋਕ ਹੈ, ਹੁਣ ਦੇਖੋ ਕਿਸਾਨਾਂ ਦੀ TRP ਕਿੰਨੀ ਜਾਂਦੀ ਹੈ, ਕਿੰਨਾ ਲੋਕ ਇਹਨਾਂ ਨੂੰ ਸਾਹ ਰੋਕ ਕੇ ਸੁਣਦੇ ਨੇ, ਭਾਵੇਂ ਟਿਕਾਇਤ ਆ ਜਾਂ ਹੋਰ ਆਗੂਆਂ ਨੂੰ ਵੀ। ਅਤੇ ਫਿਰ ਇਸ ਕਰਕੇ ਦੋਹਰੀ ਲੜਾਈ ਦਾ ਸਾਹਮਣਾ ਕਰਨਾ ਪੈਣਾ BJP ਨੂੰ, ਇੱਕ ਤਾਂ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਦਾ, ਇੱਕ ਆਮ ਲੋਕਾਂ ਦਾ, ਕਿਸਾਨਾਂ ਦਾ ਵਿਰੋਧ। ਅਤੇ ਇੰਨਾ ਕੁਛ ਝੱਲ ਸਕੇਗੀ BJP ਸਰਕਾਰ? ਇਸ ਹੈਸੀਅਤ ਦੇ ਵਿੱਚ ਹੈਗੀ ਹੈ? ਜਾਂ ਕੀ ਇਹ ਗਹਿ ਗੱਚ ਲੜਾਈ 5 ਸੂਬਿਆਂ ਦੀ ਨਾਲ ਕਿਸਾਨੀ ਦੀ ਲੜਾਈ ਕਿਵੇਂ ਫੇਸ ਕਰ ਰਹੀ ਹੋਗੀ BJP ਇਸ ਨੂੰ? ਜੀ ਕੰਟੀਨਿਊ ਪਲੀਜ਼। ਟਵਾਣਾ ਸਾਹਿਬ, ਜਿੱਥੋਂ ਤੱਕ 5 ਸਟੇਟਾਂ ਦੀ ਚੋਣ ਦਾ ਸਵਾਲ ਆ, ਦੇਖੋ ਉੱਥੇ
ਹੁਣ ਲੋਕਲ ਜਿਹੜਾ ਪ੍ਰਸ਼ਾਸਨ ਆ ਉਹਦਾ ਕੋਈ ਵੀ ਕੰਟਰੋਲ ਨਹੀਂ ਆ, ਉਹ ਸਿੱਧਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅੰਡਰ ਆ। ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਆਪਾਂ ਨੂੰ ਪਤਾ ਕਿ ਉਹ ਕਿਹਦੇ ਅੰਡਰ ਚੱਲ ਰਿਹਾ। ਜੋ ਆਦੇਸ਼ ਦਿੱਲੀ ਤੋਂ ਹੋਏਗਾ ਉਹੀ ਕੁਝ ਹੋਏਗਾ। ਜੇ ਸਰਕਾਰ ਨੇ ਇਹ ਮਿੱਥ ਲਿਆ ਕਿ ਇਹਨਾਂ ਨੂੰ ਅਰੈਸਟ ਕਰਨਾ ਤੇ ਫਿਰ ਟਵਾਣਾ ਸਾਹਿਬ ਗ੍ਰਿਫਤਾਰੀਆਂ ਤਾਂ ਹੋਣਗੀਆਂ ਹੀ ਹੋਣਗੀਆਂ, ਤੇ ਗ੍ਰਿਫਤਾਰੀਆਂ ਹੋਣਗੀਆਂ ਤੇ ਆਪਾਂ ਨੂੰ ਪਤਾ ਕਿ ਕਿੰਨੇ ਲੀਡਰਾਂ ਦੇ ਉੱਤੇ UAPA ਐਕਟ ਜਿਹੜਾ ਉਹਦੇ ਅੰਡਰ ਉਹਨਾਂ ਦੀਆਂ ਗ੍ਰਿਫਤਾਰੀਆਂ ਦੀ ਜਿਹੜੀ ਆ ਉਹ ਸੰਭਾਵਨਾ ਬਣੀ ਹੋਈ ਆ ਕਿ ਬੜੀ ਦੇਰ ਤੋਂ ਆ। 27 ਜਨਵਰੀ ਨੂੰ ਇਹ ਫੈਸਲਾ ਹੋ ਗਿਆ ਸੀ ਕਿ ਇਹਨਾਂ ਲੀਡਰਾਂ ਤੇ UAPA ਐਕਟ ਜਿਹੜਾ ਉਹ ਲਾ ਦਿੱਤਾ ਜਾਵੇ, ਤੇ ਉਹ ਲਾ ਦਿੱਤਾ ਉਹਨਾਂ ਨੇ। ਹੁਣ ਗੱਲ ਤੇ ਆ ਕਿ ਕੀ ਸਰਕਾਰ ਨੇ ਗ੍ਰਿਫਤਾਰੀਆਂ ਕਰਨੀਆਂ, ਸਰਕਾਰ ਹੋਰ ਉਲਝਣਾ ਚਾਹੁੰਦੀ ਆ ਕਿ ਜਾਂ ਸਰਕਾਰ ਬੈਕਫੁੱਟ ਤੇ ਆ। ਟਵਾਣਾ ਸਾਹਿਬ ਅੰਦੋਲਨ ਜਿਸ ਤਰ੍ਹਾਂ ਭਖਿਆ ਹੋਇਆ ਉਹਦੇ ਨਾਲ ਤਾਂ ਸਰਕਾਰ ਬੈਕਫੁੱਟ ਤੇ ਆ, ਸਰਕਾਰ ਗੋਡੇ ਟੇਕੀ ਬੈਠੀ ਆ। ਪਰ ਇਹਦੇ ਨਾਲ ਇਹ ਵੀ ਆ ਕਿ ਜਦੋਂ ਬਾਕੀ ਸਟੇਟਾਂ ਦੀ ਸੱਤਾ ਉਹਦੇ ਹੱਥੋਂ ਜਾਂਦੀ ਦਿਖੇਗੀ ਤੇ ਫਿਰ ਮਰਦੀ ਉਹ ਕੁਛ ਨਾ ਕੁਛ ਤਾਂ ਕਰੇਗੀ ਹੀ ਕਰੇਗੀ। ਤੇ ਗ੍ਰਿਫਤਾਰੀਆਂ ਤੋਂ ਇਨਕਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਿਸਾਨ ਆਗੂਆਂ ਨੇ ਇਹਨਾਂ 5 ਸਟੇਟਾਂ 'ਚ ਹੀ ਜਾਣਾ, ਤੇ ਜਦੋਂ 5 ਸਟੇਟਾਂ 'ਚ ਜਾਣਗੇ ਤਾਂ ਉਹਦਾ ਨੁਕਸਾਨ ਆਟੋਮੈਟਿਕਲੀ BJP ਸਰਕਾਰ ਜਿਹੜੀ ਆ ਉਹਨੂੰ ਹੋਏਗਾ। ਟਵਾਣਾ ਸਾਹਿਬ ਇਹਦੇ ਨਾਲ ਇੱਕ ਗੱਲ ਹੋਰ ਕਿ ਜਿਹੜੀ ਅਗਲੇ ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ 'ਚ ਰੈਲੀਆਂ ਨੇ, ਉੱਥੋਂ ਦੇ ਕਿਸਾਨ ਆਗੂਆਂ ਨੇ ਰਾਕੇਸ਼ ਟਕੈਤ ਨੂੰ ਬਕਾਇਦਾ ਸੱਦਾ ਪੱਤਰ ਦਿੱਤਾ ਹੈ। ਤੇ ਜਦੋਂ ਰਾਕੇਸ਼ ਟਕੈਤ ਮੱਧ ਪ੍ਰਦੇਸ਼ 'ਚ ਐਂਟਰ ਹੋਏਗਾ ਤੇ ਨੈਚੁਰਲੀ ਆ ਕਿ ਉੱਥੇ ਜਿਹੜੀ ਆ BJP ਦੀ ਸਰਕਾਰ ਆ ਸ਼ਿਵਰਾਜ ਚੌਹਾਨ ਦੀ, ਤੇ ਉਹ ਵੀ ਉੱਥੇ ਵੀ ਉਹਦੀ ਗ੍ਰਿਫਤਾਰੀ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਕਿ ਕਿਤੇ ਨਾ ਕਿਤੇ। ਦੇਖੋ ਉੱਤਰ ਪ੍ਰਦੇਸ਼ ਪੁਲਿਸ ਏਡੀ ਜਲਦੀ ਹੱਥ ਨਹੀਂ ਪਾਉਂਦੀ, ਉੱਤਰਾਂਚਲ ਨਹੀਂ ਪਾਉਂਦੀ, ਉਹਨਾਂ ਨੂੰ ਪਤਾ ਵਾਵੇਲਾ ਖੜਾ ਹੋ ਜਾਏਗਾ, ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਏਗੀ। ਹਰਿਆਣੇ ਵਾਲਿਆਂ ਨੂੰ ਪਤਾ ਕਿ ਇੱਥੇ ਜਿਸ ਤਰੀਕੇ ਦੇ ਨਾਲ ਬਾਰਡਰ ਸਾਰੇ ਦੇ ਸਾਰੇ ਨੱਪੇ ਹੋਏ ਨੇ, ਜੇ ਅਸੀਂ ਹੱਥ ਪਾ ਲਿਆ ਕੰਟਰੋਲ ਸਥਿਤੀ ਸਾਡੇ ਕੰਟਰੋਲ ਤੋਂ ਬਾਹਰ ਹੋ ਜੂ। ਪੰਜਾਬ ਤੇ ਰਾਜਸਥਾਨ 'ਚ ਦੋਨੋਂ ਜਗ੍ਹਾ ਕਾਂਗਰਸ ਦੀ ਸਰਕਾਰ ਆ, ਦੋਨੋਂ ਜਗ੍ਹਾ ਹੱਥ ਪੈ ਨਹੀਂ ਸਕਦਾ। ਉਹਦੇ ਬਾਅਦ ਬਚਦਾ ਕੀ ਆ? ਮਹਾਰਾਸ਼ਟਰ 'ਚ ਹੱਥ ਨਹੀਂ ਪੈਣਾ ਤੇ ਮੱਧ ਪ੍ਰਦੇਸ਼ 'ਚ ਪੈਣ ਦੀ ਸੰਭਾਵਨਾ, ਕੱਲ ਗੁਜਰਾਤ ਜਾਣਗੇ ਉੱਥੇ ਪੈਣ ਦੀ ਸੰਭਾਵਨਾ। ਮਤਲਬ ਜਿੱਥੇ ਜਿੱਥੇ BJP ਤੇ ਉਹਦੇ ਨਾਲ ਸੰਬੰਧਿਤ ਪਾਰਟੀਆਂ ਦੀਆਂ ਸਰਕਾਰਾਂ, ਉੱਥੇ ਅਰੈਸਟ ਹੋਣ ਦੀ ਸੰਭਾਵਨਾ ਜ਼ਿਆਦਾ। ਤੇ ਉਹਦੇ ਨਾਲ ਜਿਹੜੀਆਂ 5 ਸਟੇਟਾਂ 'ਚ ਚੋਣਾਂ ਹੋ ਰਹੀਆਂ ਨੇ, ਕਿਉਂਕਿ ਉੱਥੇ ਸਿੱਧਾ ਕੇਂਦਰ ਸਰਕਾਰ ਦੇ ਅੰਡਰ ਆ ਸਾਰਾ ਕੁਝ ਇਸ ਵੇਲੇ, ਤੇ ਉਹਨਾਂ ਦੀ ਜਿਹੜੀ ਅਰੈਸਟ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਜ਼ਿਆਦਾ ਵਾ ਇਸ ਵਕਤ ਜਿਹੜੀ ਆ। ਜੀ ਜੀ, ਇਸ ਦੌਰਾਨ ਮੇਰੇ ਖਿਆਲ ਆ BJP ਸਰਕਾਰ ਲਈ ਇੱਕ ਬਹੁਤ ਵੱਡੀ ਸਮੱਸਿਆ ਹੋਏਗੀ ਇਹਨਾਂ ਚੋਣਾਂ 'ਚ, ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿ ਚੋਣਾਂ 'ਚ ਹਰ ਪਾਰਟੀ ਜਿੱਤਣ ਵਾਸਤੇ ਗਧੇ ਨੂੰ ਵੀ ਬਾਪ ਬਣਾਉਂਦੀ ਹੈ। ਹੁਣ ਆਪਣੇ ਜੇ ਪੰਜਾਬ ਦੀ ਗੱਲ ਕਰੀਏ, ਬਾਦਲ ਸਾਹਿਬ ਜੇ ਕੋਈ ਪੰਚ ਵੀ ਰੁੱਸ ਜੇ ਨਾ, ਉਹਦੇ ਘਰੇ ਵੀ ਆ ਕੇ ਬਹਿੰਦੇ ਨੇ ਕਿ ਨਹੀਂ ਯਾਰ ਤੇਰੇ ਹੀ ਰੱਖਣ ਦੇ ਆ। ਹਰ ਲੀਡਰ ਦੀ ਮਤਲਬ ਇਹ ਫਿਤਰਤ ਹੈ ਕਿ ਕਿਵੇਂ ਨਾ ਕਿਵੇਂ ਜੋ ਮਰਜ਼ੀ ਕਰ ਲਈਏ ਕਿ ਵੋਟ ਬਟੋਰੀਏ। ਕਿ ਜਾਂ ਤਾਂ EVM 'ਤੇ ਹੀ ਇੰਨਾ ਕੌਨਫੀਡੈਂਸ ਹੈ ਕਿ ਮੋਦੀ ਸਰਕਾਰ ਨੂੰ ਲੱਗਦਾ ਕਿ ਕੁਛ ਵੀ ਹੋਵੇ ਮੋਦੀ ਹੈ ਤਾਂ ਮੁਮਕਿਨ ਹੈ। ਪਰ ਇਹ ਅੰਦੋਲਨ ਹੁਣ ਜਿਸ ਤਰ੍ਹਾਂ UP, ਰਾਜਸਥਾਨ, ਦੂਰ ਦਰਾਡੇ ਦੇ ਸੂਬਿਆਂ 'ਚ ਵੱਧਦਾ ਜਾ ਰਿਹਾ, ਕਰੋਨਾ ਦਾ ਵੀ ਹਊਆ ਜਿਹਾ ਬਣਾ ਕੇ ਵੇਖ ਲਿਆ, ਉਹ ਵੀ ਗੱਲ ਨਹੀਂ ਬਣਦੀ, ਲੋਕ ਬੋਦਰ ਹੀ ਨਹੀਂ ਕਰਦੇ। ਪਰ ਇਸ ਦੌਰਾਨ ਪ੍ਰੈਸ਼ਰ ਤਾਂ ਬਹੁਤ ਰਹੇਗਾ ਨਾ ਚੋਣਾਂ ਦਾ। ਉਹ ਜਿਵੇਂ ਕਹਿੰਦੇ ਆ ਕਿ ਸਾਰਾ ਜਾਂਦਾ ਵੇਖੀਏ ਤੇ ਅੱਧਾ ਦਈਏ ਵੰਡ, ਕਿਤੇ ਨਾ ਕਿਤੇ ਉਮੀਦ ਲੱਗਦੀ ਹੈ ਕਿ ਮੋਦੀ ਸਾਹਿਬ ਉਹ ਮਤਲਬ ਝੋਟਾ ਚੋਣ ਵਾਲੀ ਉਹ ਗੱਲ ਹੈ ਵੈਸੇ, ਮਾਫ਼ ਕਰਨਾ, ਕਿ ਇਹਨੂੰ ਰਿਪੀਲ 1.5 ਸਾਲ ਦੇ ਵਾਸਤੇ ਆ ਗਿਆ ਕਿ ਹੁਣ ਭਾਈ 3 ਸਾਲ ਰਹਿੰਦੇ ਨੇ ਕਿ ਭਾਈ ਜਿੰਨੀ ਦੇਰ ਮੈਂ ਆ ਚਲੋ ਕੀਤਾ ਖਤਮ, ਆਪੇ ਅਗਲੀ ਸਰਕਾਰ ਆਊਗੀ ਜਾਂ ਨਿਬੇੜੂਗੀ। ਕਿਉਂਕਿ ਇਹ ਸਿਰਫ ਪੰਜਾਬ ਦੀ ਜਾਂ ਅੰਬਾਨੀ ਅਡਾਨੀਆਂ ਦੀ ਮਜਬੂਰੀ ਦੀ ਖੇਡ ਨਹੀਂ ਹੈ ਸੈਂਟਰ, ਇਹ ਕਿਤੇ ਨਾ ਕਿਤੇ ਵਿਸ਼ਵ ਵਪਾਰ ਸੰਸਥਾ WTO ਦਾ ਵੀ ਸਕੰਜਾ ਕਿ ਜਿਹੜਾ ਕਿਸਾਨੀ ਬਿੱਲ ਬਣੇ ਨੇ, ਇਹ ਇੰਟਰਨੈਸ਼ਨਲ ਪ੍ਰੈਸ਼ਰ ਵੀ ਥੋੜ੍ਹਾ ਬਹੁਤਾ ਮੰਨ ਰਿਹਾ, ਜਿਹੜੀ ਇੰਟਰਨੈਸ਼ਨਲ ਲੌਬੀ ਹੈ ਉਹਦਾ ਵੀ ਪ੍ਰੈਸ਼ਰ ਹੈਗਾ। ਕਿ ਮੋਦੀ ਸਾਹਿਬ ਆਪਣੀ ਕੁਰਸੀ ਖੁੱਸਦੀ ਵੇਖ ਕੇ ਨਾ 5 ਸੂਬਿਆਂ ਤੋਂ ਜੇ ਅਸਲ ਰਿਜ਼ਲਟ ਸਾਹਮਣੇ ਆਉਂਦੇ ਨੇ, ਉਹ ਮਤਲਬ 2 ਮਈ ਤੋਂ ਬਾਅਦ ਵੀ, ਕਿਉਂਕਿ ਅੰਦੋਲਨ ਤੇ ਲੰਮਾ ਚੱਲਣਾ ਹੀ ਚੱਲਣਾ। ਇਹ ਤਾਂ ਮੇਰਾ ਖਿਆਲ 2024 ਦੀ ਲੜਾਈ ਹੈ ਇਹ, ਕਿ ਜੇ ਮੋਦੀ ਸਾਹਿਬ ਰਹਿ ਗਏ 2024 ਤੱਕ, ਹੁਣ ਸੂਫੜਾ ਸਾਫ਼ ਹੀ ਕਰਨਾ ਇਹਨਾਂ ਨੇ। ਤੁਸੀਂ ਵੇਖ ਲਓ ਸਿਲੰਡਰ 75 ਰੁਪਏ ਫਰਵਰੀ 'ਚ ਵਧਿਆ ਤੇ 150 ਰੁਪਈਆ ਜਿਹੜਾ ਵਧਿਆ ਜਾ ਕੇ ਪਹਿਲਾਂ ਦਸੰਬਰ ਦੇ ਵਿੱਚ, ਹੈ ਨਾ। ਤੇ ਇੰਨਾ ਮਤਲਬ ਮਹਿੰਗਾਈ ਦੇ ਨਾਂ 'ਤੇ ਤਰਾਹ ਕੱਢਿਆ ਪਿਆ ਲੋਕਾਂ ਦਾ। ਪੈਟਰੋਲ ਹੈ, ਹੁਣ ਪੈਟਰੋਲੀਅਮ ਮੰਤਰੀ ਕਹਿੰਦੇ ਜੀ ਹੁਣ ਸਰਦੀ ਕਹਿੰਦੇ ਚਲੀ ਗਈ, ਹੁਣ ਪੈਟਰੋਲ ਸਸਤਾ ਹੋ ਜੂ। ਦੱਸੋ ਪੈਟਰੋਲ ਕਿਹੜਾ ਲੋਕ ਠੰਡ ਲਾਉਣ ਲਈ ਵਰਤਦੇ ਆ। ਇਹ ਸਾਰੇ ਸਿਲਸਿਲੇ ਦੇ ਵਿੱਚ ਮਤਲਬ ਮਹਿੰਗਾਈ ਜਾਂ ਹੋਰ ਮੁੱਦੇ, ਬੇਰੁਜ਼ਗਾਰੀ, ਇਹ ਮੁੱਦਿਆਂ ਦੇ ਨਾਲ ਨਾਲ ਕਿਸਾਨੀ ਬਹੁਤ ਵੱਡਾ ਮੁੱਦਾ ਜਿਹੜਾ ਮੋਦੀ ਸਾਹਿਬ ਨੂੰ ਦਰਪੇਸ਼ ਹੈ। ਕਿ ਮੋਦੀ ਸਾਹਿਬ ਕਿਤੇ ਨਾ ਕਿਤੇ ਝੁਕਦੇ ਨਜ਼ਰ ਆਉਂਦੇ ਆ ਜਾਂ ਸਥਿਤੀ ਬਣੇਗੀ? ਜੀ ਟਵਾਣਾ ਸਾਹਿਬ, ਮੈਂ ਪਹਿਲਾਂ ਕਿਹਾ ਸੀ ਉਹ ਝੁਕੇ ਹੋਏ ਨੇ।
ਲੇਕਿਨ ਮੰਨਣ ਲਈ ਤਿਆਰ ਨਹੀਂ। ਮੰਨਣ ਲਈ ਤਿਆਰ ਦਾ ਜਿਹੜੀਆਂ ਤੁਸੀਂ ਦੋ ਗੱਲਾਂ ਕੀਤੀਆਂ, ਇੱਕ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਦਾ ਪ੍ਰੈਸ਼ਰ ਤੇ ਕਿਤੇ ਨਾ ਕਿਤੇ WTO ਦਾ ਜਿਹੜਾ ਵਿਸ਼ਵ ਵਪਾਰ ਸੰਸਥਾ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਵੱਡਾ ਵਾ। ਕਿਉਂਕਿ 1991-92 ਦੇ ਵਿੱਚ ਜਿਹੜੇ ਸਮਝੌਤੇ ਕੀਤੇ ਗਏ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਤੁਸੀਂ ਦਰਕਿਨਾਰ ਜਿਹੜਾ ਉਹ ਨਹੀਂ ਕਰ ਸਕਦੇ ਤੇ ਉਹਨਾਂ ਦੇ ਪ੍ਰੈਸ਼ਰ ਥੱਲੇ ਤੁਹਾਨੂੰ ਇਹ ਸਾਰਾ ਕੁਝ ਕਰਨਾ ਪੈਣਾ ਸੀ ਜੋ ਕੁਝ ਹੁਣ ਹੋ ਰਿਹਾ ਵਾ। ਇੱਥੇ ਜੇ ਕਾਂਗਰਸ ਦੀ ਸਰਕਾਰ ਹੁੰਦੀ ਟਵਾਣਾ ਸਾਹਿਬ ਤਾਂ ਵੀ ਇਹੀ ਕੁਝ ਹੋਣਾ ਸੀ ਤੇ ਜੇ ਕਿਸੇ ਤੀਜੇ ਫਰੰਟ ਦੀ ਹੁੰਦੀ ਤਦ ਵੀ ਇਹੀ ਕੁਝ ਹੋਣਾ ਸੀ। ਕਿਉਂਕਿ ਜਦੋਂ ਤੁਸੀਂ ਵਿਸ਼ਵ ਲੈਵਲ ਦੇ ਉੱਤੇ ਵਿਚਰਨਾ ਤੇ ਜਿਹੜੇ ਤੁਹਾਡੇ ਸਮਝੌਤੇ ਕੀਤੇ ਹੁੰਦੇ ਆ ਉਹਨਾਂ ਨੂੰ ਤੁਸੀਂ ਬਹੁਤੀ ਦੇਰ ਜਿਹੜਾ ਉਹ ਦਰਕਿਨਾਰ ਨਹੀਂ ਕਰ ਸਕਦੇ। ਲੇਕਿਨ ਇਹ ਉਸ ਵੇਲੇ ਟਵਾਣਾ ਸਾਹਿਬ ਕਿਸੇ ਨੇ ਵੀ ਨਹੀਂ ਸੀ ਸੋਚਿਆ ਕਿ ਏਡੀ ਵੱਡੀ ਇੱਕ ਮੂਵਮੈਂਟ ਖੜੀ ਹੋ ਜਾਊਗੀ ਜਿਹਦੇ ਮੂਹਰੇ ਭਾਰਤ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ। ਕਿਸੇ ਨੂੰ ਵੀ ਨਹੀਂ ਸੀ ਪਤਾ, ਇਹ ਆਪਾਂ ਨੂੰ ਵੀ ਨਹੀਂ ਸੀ ਪਤਾ। ਆਪਾਂ ਵੀ ਸੋਚਦੇ ਸੀ ਕਿ ਪੰਜਾਬ 'ਚ ਖੜੀ ਹੋਈ ਆ, ਪਤਾ ਨਹੀਂ ਇਹ ਨੈਸ਼ਨਲ ਲੈਵਲ ਤੇ ਖੜੀ ਹੋਵੇ ਕਿ ਨਾ ਖੜੀ ਹੋਵੇ। ਆਪਾਂ ਨੂੰ ਵੀ ਇਹ ਨਹੀਂ ਸੀ ਪਤਾ ਕਿ ਦਿੱਲੀ ਦੀਆਂ ਬਰੂਹਾਂ ਜਾ ਕੇ ਮਾਲੀਆਂ ਜਾਣਗੀਆਂ। ਠੀਕ ਆ, ਇਸ ਕਰਕੇ ਟਵਾਣਾ ਸਾਹਿਬ ਨਾ ਭਾਰਤ ਦੀਆਂ ਏਜੰਸੀਆਂ ਸਮਝ ਸਕੀਆਂ, ਨਾ ਸਟੇਟ ਦੀਆਂ ਏਜੰਸੀਆਂ ਪੰਜਾਬ ਦੀਆਂ ਸਮਝ ਸਕੀਆਂ ਤੇ ਨਾ ਇਹਨੂੰ ਸਰਕਾਰਾਂ ਸਮਝ ਸਕੀਆਂ। ਕਿਸੇ ਦੀ ਸਮਝ ਹੀ ਨਹੀਂ ਆਇਆ ਕਿ ਹੋਇਆ ਕੀ ਆ। ਇਸ ਕਰਕੇ ਟਵਾਣਾ ਸਾਹਿਬ ਜੋ ਕੁਝ ਹੋਇਆ ਜਾਂ ਹੋ ਰਿਹਾ ਇਹਦਾ ਕਿਸੇ ਨੂੰ ਇਲਮ ਨਹੀਂ ਸੀ ਤੇ ਇਹ ਕੋਈ ਵੀ ਆ ਜਾਂਦਾ ਸਾਰਿਆਂ ਨੂੰ ਇਹ ਕੁਝ ਕਰਨਾ ਪੈਣਾ ਸੀ। ਹੁਣ ਰਹੀ ਗੱਲ ਕਿ ਇਹਦੇ ਤੋਂ ਛੁਟਕਾਰਾ ਕਿੱਦਾਂ ਟਵਾਣਾ ਸਾਹਿਬ, ਹੁਣ ਜੋ ਕੁਝ ਹੋ ਚੁੱਕਿਆ ਉਹਦੇ ਤੋਂ ਛੁਟਕਾਰਾ ਕਿਸੇ ਦਾ ਵੀ ਨਹੀਂ। ਕਿਸਾਨ ਆਗੂ ਇਹਨਾਂ ਨੂੰ ਰੱਦ ਕਰਾਏ ਤੋਂ ਬਗੈਰ ਪਿੱਛੇ ਨਹੀਂ ਮੁੜਨਗੇ। ਇਹ ਗੱਲ ਸਪਸ਼ਟ ਆ, ਕੰਧ ਤੇ ਲਿਖਿਆ, ਪੜ੍ਹ ਲੈਣਾ ਚਾਹੀਦਾ। ਉਹਨਾਂ ਵਾਪਸੀ ਨਹੀਂ ਕਰਨੀ, ਜੋ ਕੁਝ ਮਰਜ਼ੀ ਹੋ ਜਾਏ। ਜੇ ਉਹ ਵਾਪਸੀ ਕਰਦੇ ਆ ਤਾਂ ਉਹਨਾਂ ਨੂੰ ਵੀ ਇਹਦਾ ਬਹੁਤ ਵੱਡਾ ਨੁਕਸਾਨ ਉਠਾਉਣਾ ਪਵੇਗਾ। ਇਹ ਕਿਸਾਨ ਆਗੂ ਜਿਸ ਦਿਨ ਪੰਜਾਬ ਤੋਂ ਚੱਲੇ ਸੀ ਜਾਂ ਜਿਸ ਦਿਨ ਉਹਨਾਂ ਨੇ ਪੰਜਾਬ 'ਚ ਬਹਿ ਕੇ ਫੈਸਲੇ ਲਏ ਸੀ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆਈਆਂ ਸੀ। ਇਹ ਉਹਨਾਂ ਨੂੰ ਉਸ ਦਿਨ ਹੀ ਪਤਾ ਸੀ ਕਿ ਜੇ ਅਸੀਂ ਇਸ ਤੋਂ ਘੱਟ ਕੁਝ ਵੀ ਮੰਨ ਕੇ ਆ ਗਏ ਤੇ ਸਾਡੇ ਲਈ ਘਾਟੇ ਬੰਦਾ ਸੌਦਾ ਹੋਏਗਾ। ਇਸ ਕਰਕੇ ਟਵਾਣਾ ਸਾਹਿਬ ਉਹਨਾਂ ਨੇ ਘੱਟ ਮੰਨਣਾ ਨਹੀਂ ਤੇ ਸਰਕਾਰ ਨੇ ਦੇਣਾ ਨਹੀਂ। ਇਸ ਕਰਕੇ ਸਮਝੌਤਾ ਹੋਣਾ ਨਹੀਂ ਤੇ ਸਮਝੌਤਾ ਕਹਿ ਦਈਏ ਕਿ 2024 ਤੱਕ ਲਟਕਾ ਦਿੱਤਾ ਜਾਵੇ। ਟਵਾਣਾ ਸਾਹਿਬ ਇੱਕ ਹੋਰ ਆਪਸ਼ਨ, ਜਿਸ ਤਰ੍ਹਾਂ ਮਤਲਬ ਮੋਦੀ ਸਾਹਿਬ ਦਾ ਕੰਮ ਪੰਜਾਬੀਆਂ ਨੇ ਦੀਪ ਸਿੱਧੂ ਦੇ ਖੇਮੇ ਨੇ ਠੀਕ ਕੀਤਾ, ਜਿਹੜਾ ਇਹਨਾਂ ਨੇ ਨਿਸ਼ਾਨ ਸਾਹਿਬ ਨਾਮ ਝੰਡਾ ਦਾ ਸਿਲਸਿਲਾ ਆਇਆ ਸੀ। ਕੋਈ ਇੱਦਾਂ ਦੀ ਮੋਦੀ ਸਾਹਿਬ ਨੂੰ ਅਸਰ ਠੀਕ ਆ ਸਕਦਾ, ਕੋਈ ਇੱਦਾਂ ਦਾ ਕਿ ਅੰਦੋਲਨ ਕਾਮਯਾਬ ਹੋਏ ਫਿਰ ਇਹ ਜਿਸ ਤਰ੍ਹਾਂ ਗਰਮ ਖਿਆਲੀ ਧਿਰਾਂ ਨੇ ਜਿਹੜੀ ਖਾਲਿਸਤਾਨ ਦੀ ਖੁਦ ਮੁਖਤਾਰੀ ਦੀ ਗੱਲ ਕਰਨ ਵਾਲੀਆਂ, ਕਿ ਉਹ ਕੋਈ ਹੋਰ ਅਜਿਹੀ ਹਰਕਤ ਕਰ ਦੇਣ ਜਿਸ ਦੇ ਨਾਲ ਮੁੜ ਕੇ ਅੰਦੋਲਨ ਨੂੰ ਡੈਂਟ ਪਵੇ। ਕੀ ਹੁਣ ਦੁਬਾਰਾ ਚਾਂਸ ਕੋਈ ਬਣਦਾ? ਕਿਉਂਕਿ ਇਹ ਤਰ੍ਹਾਂ ਵੀ ਮੁੜ ਜੋੜ ਆਪਣੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਭਾਵੇਂ ਕਿ ਉਹ ਨਵਰੀਤ ਸਿੰਘ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਕਰ ਰਹੀਆਂ ਨੇ, ਪਰ ਉਹਨਾਂ ਦਾ ਪਿੱਛੇ ਮੋਟਿਵ ਜਿਹੜਾ ਹੈਗਾ ਉਹ ਰਿਲੀਜੀਅਸ ਹੁੰਦਾ ਜਾ ਰਿਹਾ। ਕੀ ਇੱਦਾਂ ਦਾ ਕੋਈ ਪੈਂਤੜਾ ਜੋ BJP ਸਰਕਾਰ ਨੂੰ ਰਾਸ ਆਵੇ ਤੇ ਕਰਨ ਸਾਡੇ ਪੰਜਾਬ ਦੇ ਲੋਕ, ਇਹ ਦੁਬਾਰਾ ਹੋ ਸਕਦਾ ਹੈ? ਇਹ ਕਾਠ ਦੀ ਹਾਂਡੀ ਦੁਬਾਰਾ ਚੜ੍ਹ ਸਕਦੀ ਹੈ? ਜਿਵੇਂ ਪਹਿਲਾਂ ਲਾਲ ਕਿਲ੍ਹੇ ਵਾਲੀ ਚੜ੍ਹਾਈ ਹੈ, ਉਹਦੇ 'ਚ ਭੰਦੇਰ ਹੋਣੀ ਵੀ ਕਿਤੇ ਨਾ ਕਿਤੇ ਇਨਵੋਲਵ ਨੇ, ਕਿਉਂਕਿ ਭੰਦੇਰ ਹੋਣੀ ਇੰਨਾ ਕੁਛ ਕਰਨ ਤੋਂ ਬਾਅਦ ਫਿਰ ਵੀ ਚਲੋ ਬੈਠੇ ਨੇ, ਆਪਣਾ ਉਹ ਚਲਾਈ ਜਾਂਦੇ ਆ ਟਮਟਵਾਂ। ਉਸ ਜਥੇਬੰਦੀ ਦਾ ਜਿਹੜਾ ਇਸ ਤਰ੍ਹਾਂ ਦਾ ਸਿਲਸਿਲਾ ਚੱਲਣਾ ਇੰਨਾ ਕੁਛ ਕਰਕੇ, ਕਿਉਂਕਿ ਭੰਦੇਰ ਹੋਣੀ ਇਹਦੇ 'ਚ ਸਿੱਧੇ ਜ਼ਿੰਮੇਵਾਰ ਨੇ ਜੋ ਉਹਨਾਂ ਨੇ ਰੰਗ ਰੂਟ ਦੀ ਇੱਜ਼ਤ ਕੀਤੀ ਸੀ। ਕੀ ਇੱਦਾਂ ਦਾ ਕੁਛ ਹਿਡਨ ਮੋਦੀ ਭਗਤ ਮੋਦੀ ਸਾਹਿਬ ਦਾ ਕੰਮ ਰਾਸ ਕਰ ਸਕਦੇ ਆ? ਟਵਾਣਾ ਸਾਹਿਬ ਜਿੰਨੀ ਦੇਰ ਤੱਕ ਇਹ ਅੰਦੋਲਨ ਚੱਲਦਾ ਉਨੀ ਦੇਰ ਤੱਕ ਇੱਕ ਉਮੀਦ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਜਗਦੀ ਰਹੇਗੀ ਕਿ ਉਹਨਾਂ ਨੇ ਚਾਹੇ ਉਹ ਦੀਪ ਸਿੱਧੂ ਦਾ ਲਾਣਾ ਹੋਵੇ ਤੇ ਚਾਹੇ ਕਿਸੇ ਹੋਰ ਦਾ ਲਾਣਾ ਹੋਵੇ ਤੇ ਚਾਹੇ ਜਥੇਬੰਦੀਆਂ ਚੋਂ ਕਿਸੇ ਜਥੇਬੰਦੀ ਨੂੰ ਪਾੜਨ, ਜੋ ਮਰਜ਼ੀ ਕਰਨ, ਉਹਨਾਂ ਨੇ ਅਖੀਰ ਤੱਕ ਇਸ ਅੰਦੋਲਨ ਨੂੰ ਖੰਡਾਉਣ ਦੀ ਹਰ ਸੰਭਵ ਕੋਸ਼ਿਸ਼ ਜਿਹੜੀ ਭਾਰਤ ਸਰਕਾਰ ਨੂੰ ਰਾਸ ਆਉਂਦੀ ਹੋਵੇ ਉਹ ਉਹਨਾਂ ਨੇ ਸਾਰਾ ਕੁਛ ਟਵਾਣਾ ਸਾਹਿਬ ਕਰਨਾ। ਉਹਦੇ ਤੋਂ ਉਹਨਾਂ ਨੇ ਬਾਜ਼ ਨਹੀਂ ਆਉਣਾ ਜੀ। ਠੀਕ ਹੈ, ਮਤਲਬ ਅਸੀਂ ਕਹੀਏ ਕਿ ਵੀ ਉਹ ਇਹਦੇ ਤੋਂ ਸੁਧਰ ਜਾਣ ਜਾਂ ਇਹਦੇ ਤੋਂ ਪਿੱਛੇ ਹਟ ਜਾਣ, ਉਹਨਾਂ ਟਵਾਣਾ ਸਾਹਿਬ ਨਹੀਂ ਹਟਣਾ। ਹੁਣ ਇਸ ਤੋਂ ਅਗਲੀ ਗੱਲ ਟਵਾਣਾ ਸਾਹਿਬ, ਇਹ ਵੱਖਰੀ ਗੱਲ ਆ ਕਿ ਹੁਣ ਤੱਕ ਭਾਰਤ ਸਰਕਾਰ ਨੇ ਜਿੰਨੀਆਂ ਵੀ ਚਾਲਾਂ ਚੱਲੀਆਂ ਉਹ ਸਾਰੀਆਂ ਦੇ ਵਿੱਚ ਟਵਾਣਾ ਸਾਹਿਬ ਫੇਲ ਹੋਈ ਆ ਤੇ ਉਹ ਫੇਲ ਹੁੰਦੀ ਹੁੰਦੀ ਕਿਸਾਨੀ ਅੰਦੋਲਨ ਜਿਹੜਾ ਉਹ ਪੀਕ ਤੇ ਚੱਲਦਾ ਗਿਆ। ਤੇ ਜੇ ਅਸੀਂ ਕਹਿ ਦਈਏ ਵੀ ਉਹਨਾਂ ਤੋਂ ਇਹ ਆਸ ਰੱਖੀਏ ਕਿ ਭਾਈ ਉਹ ਜੋ ਕੁਛ ਕਰ ਰਹੇ ਆ ਵੀ ਉਹ ਸ਼ਾਇਦ ਵੀ ਉਹਦੇ ਤੋਂ ਬਚਾਅ ਕਰ ਲਿਆ ਜਾਵੇ, ਬਚਾਅ ਨਹੀਂ ਹੋਣਾ। ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕਰਨੀ ਆ, ਪਰ ਇਹ ਆ
ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਅੰਦੋਲਨ ਜਿਹੜਾ ਇਹ ਬਚਿਆ ਰਹੇਗਾ, ਜੋ ਹੁਣ ਤੱਕ ਦੀ ਸੰਭਾਵਨਾਵਾਂ, ਤੇ ਕਿਸਾਨੀ ਅੰਦੋਲਨ ਬਚਿਆ ਰਹੂਗਾ। ਕਿਸਾਨਾਂ ਨੇ ਕਿਸਾਨੀ ਅੰਦੋਲਨ ਬਚਾਉਣਾ ਤੇ ਭਾਰਤ ਸਰਕਾਰ ਨੇ ਉਹਨੂੰ ਜਿਹੜਾ ਖੰਡਾਉਣਾ। ਇਹ ਦੋਨੋਂ ਜਿੰਨੀ ਦੇਰ ਤੱਕ ਆਖਰੀ ਸਮਝੌਤਾ ਨਹੀਂ ਹੁੰਦਾ ਓਨੀ ਦੇਰ ਤੱਕ ਇਹ ਨਿਰੰਤਰ ਜਿਹੜਾ ਇਹ ਸਾਰਾ ਸਿਲਸਿਲਾ ਉਨੀ ਦੇਰ ਤੱਕ ਤੁਹਾਡਾ ਮੰਨਣਾ ਕਿ ਇਹ ਸਾਰਾ ਸਿਲਸਿਲਾ ਉਨੀ ਦੇਰ ਤੱਕ ਚੱਲਦਾ ਰਹੇਗਾ। ਲਓ ਦੋਸਤੋ, ਇੱਕ ਜ਼ਰੂਰੀ ਸੂਚਨਾ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਸੁਖੀ ਘੁੰਮਣ ਬੇਕਰਸਫੀਲਡ ਤੋਂ। ਤੁਸੀਂ ਵੀ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਾਉਣਾ ਚਾਹੁੰਦੇ ਹੋ ਤਾਂ ਆਪ ਦਾ ਸਵਾਗਤ ਹੈ। ਤਾਂ 9876309655 ਨੰਬਰ ਤੇ ਸੰਪਰਕ ਕਰ ਸਕਦੇ ਹੋ, ਜਾਂ ਸਾਡੀ ਵੈਬਸਾਈਟ ਤੇ ਜਾ ਕੇ tivanaradio.com ਵੈਬਸਾਈਟ ਤੇ ਜਾ ਕੇ ਤੁਸੀਂ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਤਾਂ ਵੀ ਆਪ ਦਾ ਸਵਾਗਤ ਹੈ। ਤੇ ਕਾਲ ਟੂ ਲਿਸਨ ਨੰਬਰ ਹੈ 667 930 9260। ਸਾਡੀਆਂ ਐਪਸ ਵੀ ਤੁਹਾਨੂੰ ਸਾਡੀ ਵੈਬਸਾਈਟ ਤੇ ਮਿਲਣਗੀਆਂ, ਐਂਡਰਾਇਡ ਤੇ ਆਈਫੋਨ ਐਪਸ ਉੱਤੇ ਮਿਲਣਗੀਆਂ, ਉਹ ਵੀ ਡਾਊਨਲੋਡ ਕਰ ਸਕਦੇ ਹੋ। ਰਿਪੀਟ ਪ੍ਰੋਗਰਾਮ ਸੁਣਨਾ ਹੋਵੇ ਤਾਂ ਫਿਰ ਟਿਵਾਣਾ ਰੇਡੀਓ YouTube ਪੇਜ ਹੈ, ਉੱਥੇ ਜਾ ਕੇ ਉਸ ਪੇਜ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਤੇ ਸੁਰਿੰਦਰ ਸਿੰਘ ਜੀ, ਅੱਜ ਦੀਆਂ ਕੀ ਗਤੀਵਿਧੀਆਂ ਰਹੀਆਂ? ਨਵਦੀਪ ਕੌਰ ਦੇ ਮਦਰ ਨਾਲ ਮੇਰੀ ਗੱਲ ਹੋਈ ਸੀ ਸਵੇਰੇ, ਤੇ ਉਹ ਵੀ ਸਟੇਜ ਤੇ ਪੁੱਜੀ ਹੈ ਦਿੱਲੀ ਸਿੰਘੂ ਬਾਰਡਰ, ਤੇ ਦੀਪ ਸਿੱਧੂ ਤੇ ਲੱਖਾ ਸਧਾਣਾ ਦਾ ਪੇਜ ਡਿਲੀਟ ਹੋਣਾ। ਹੋਰ ਕੀ ਗਤੀਵਿਧੀਆਂ ਨੇ? ਅੱਜ ਨਵਦੀਪ ਕੌਰ ਦਾ ਜਿਹੜਾ ਕੀ ਨਜ਼ਰੀਆ ਰਿਹਾ ਅੱਜ ਦੇ ਉਸ ਦੇ ਭਾਸ਼ਣ ਦੇ ਦੌਰਾਨ? ਜੀ ਸੁਰਿੰਦਰ ਜੀ, ਸਵਾਗਤ ਹੈ ਤੁਹਾਡਾ। ਟਵਾਣਾ ਸਾਹਿਬ, ਜਿੱਥੋਂ ਤੱਕ ਨਵਦੀਪ ਕੌਰ ਦਾ ਸਵਾਲ ਆ, ਉਹਨੇ ਕੱਲ ਹੀ ਕਿਹਾ ਸੀ ਕਿ ਮੈਂ ਸਾਰੇ ਕੇਸ ਨੂੰ ਆਪਣੇ ਨੂੰ ਵਾਚ ਕੇ ਕੀ ਮੇਰੇ ਤੇ ਕੰਡੀਸ਼ਨਾਂ ਨੇ ਹਾਈ ਕੋਰਟ ਵੱਲੋਂ, ਮੈਂ ਉਹਦੇ ਬਾਅਦ ਆਪਣੀ ਸਟੇਟਮੈਂਟ ਦਿਆਂਗੀ। ਅੱਜ ਉਹਨੇ ਜਾ ਕੇ ਉੱਥੋਂ ਕਿਸਾਨਾਂ ਦੀ ਸਟੇਜ ਤੋਂ ਜਿਹੜਾ ਉਹਨੂੰ ਸੰਬੋਧਨ ਕੀਤਾ ਉਹਨਾਂ ਨੇ ਅੱਜ, ਠੀਕ ਹੈ। ਔਰ ਉਹਨੇ ਸਾਰਾ ਕੁਝ ਦੱਸਿਆ ਕਿ ਹੁਣ ਤੱਕ ਉਹਦੇ ਨਾਲ ਕੀ ਕੁਝ ਵਾਪਰਿਆ। ਫਿਰ ਉਹਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਆਗੂ ਜੋ ਵੀ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਜਿਹੜੀ ਮਜ਼ਦੂਰਾਂ ਦੀ ਜਥੇਬੰਦੀ ਸੀ, ਅਸੀਂ ਜਦੋਂ ਕਿਸਾਨ ਆਗੂਆਂ ਨੇ ਇਹ 3 ਜਿਹੜੇ ਕਾਲੇ ਕਾਨੂੰਨ ਬਣੇ ਸੀ ਇਹਨਾਂ ਨੂੰ ਰੱਦ ਕਰਵਾਉਣ ਦੇ ਲਈ ਜਦੋਂ ਸੰਘਰਸ਼ ਵਿੱਢਿਆ, ਅਸੀਂ ਮਜ਼ਦੂਰਾਂ ਲਈ ਇਸ ਤੋਂ ਪਹਿਲਾਂ ਦਾ ਵਿੱਢਿਆ ਹੋਇਆ ਸੀ। ਤੇ ਇਸ ਕਰਕੇ ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਂਝਾ ਸੰਘਰਸ਼ ਆ। ਅਸੀਂ ਕਿਸਾਨਾਂ ਦੇ ਨਾਲ ਆ, ਪਰ ਜੋ ਕੁਝ ਵੀ ਵਾਪਰਿਆ ਉਹਨੇ ਉਹ ਸਾਰਾ ਕੁਝ ਉਹਦਾ ਜਿਹੜਾ ਉਹ ਵਿਖਿਆਨ ਜਿਹੜਾ ਉਹ ਸਟੇਜ ਤੋਂ ਕੀਤਾ ਵਾ, ਤੇ ਸਟੇਜ ਤੋਂ ਬਕਾਇਦਾ ਉਹਨਾਂ ਨੂੰ ਜਿਹੜਾ ਉਹ ਸਮਾਂ ਵੀ ਜਿਹੜਾ ਉਹ ਦਿੱਤਾ ਗਿਆ। ਅਗਲੀ ਗੱਲ ਟਵਾਣਾ ਸਾਹਿਬ, ਜਿੱਥੋਂ ਤੱਕ ਆ ਦੀਪ ਸਿੱਧੂ ਦੀ, ਟਵਾਣਾ ਸਾਹਿਬ ਦੀਪ ਸਿੱਧੂ ਨੇ ਜਿਹੜੀ ਇੱਕ ਐਪਲੀਕੇਸ਼ਨ ਜਿਹੜੀ ਸੀਗੀ ਉਹ ਕੋਰਟ 'ਚ ਲਾਈ ਸੀਗੀ ਕਿ ਮੈਨੂੰ ਅੰਦਰ ਵੱਖਰੇ ਸੈੱਲ 'ਚ ਰੱਖਿਆ ਜਾਵੇ ਕਿਉਂਕਿ ਮੇਰੀ ਜਾਨ ਨੂੰ ਖਤਰਾ ਹੈ। ਤੇ ਉਹ ਟਵਾਣਾ ਸਾਹਿਬ ਹਾਲਾਤ ਕੀ ਬਣੀ ਕਿ ਉਹਨਾਂ ਨੇ ਉਹਨੂੰ ਵਾਕਿਆ ਹੀ ਅੰਦਰ ਵੱਖਰੇ ਸੈੱਲ 'ਚ ਆਲਰੇਡੀ ਰੱਖਿਆ ਸੀ, ਤੇ ਦੀਪ ਸਿੱਧੂ ਨੇ ਉਹ ਆਪਣੀ ਐਪਲੀਕੇਸ਼ਨ ਜਿਹੜੀ ਉਹ ਕੋਰਟ 'ਚੋਂ ਵਾਪਸ ਲੈ ਲਈ। ਦੂਸਰੀ ਉਹਦੀ ਇਹ ਸੀ, ਇਹਦੇ 'ਚ ਇੱਕ ਗੱਲ ਹੈ ਕਿਉਂਕਿ ਬਹੁਤ ਸਾਰੇ ਕੇਸਾਂ 'ਚ ਸੁਰਿੰਦਰ ਜੀ ਤੁਸੀਂ ਵੀ ਜੇਲ੍ਹ ਦਾ ਸਾਰਾ ਸਿਲਸਿਲਾ ਵੇਖਿਆ, ਬਹੁਤ ਸਾਰੇ ਕੇਸਾਂ 'ਚ ਜਿਹੜੇ ਲੋਕ ਜਾਂਦੇ ਨੇ, ਖਾਸ ਕਰਕੇ ਰੇਪ ਦੇ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਦਾ ਬਹੁਤ ਘਟਾਪਾ ਆਉਂਦਾ ਅੰਦਰ, ਕਿਉਂਕਿ ਹਰ ਬੰਦਾ ਇਸ ਤਰ੍ਹਾਂ ਦੇ ਕੇਸਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ। ਜਬਰ ਜਨਾਹ ਰੇਪ ਦਾ ਕੇਸ ਦਾ ਕੋਈ ਕੈਦੀ ਹੋਵੇ ਤੇ ਉਹਦਾ ਤਾਂ ਜਿਉਣਾ ਦੁੱਭਰ ਕਰ ਦਿੰਦੇ ਨੇ, ਬਾਕੀ ਕੈਦੀ ਕਿ ਜੇਲ੍ਹ ਆਇਆ ਕੋਈ ਚੱਜ ਦਾ ਕੰਮ ਕਰਕੇ ਤਾਂ ਆਉਂਦਾ। ਇਸ ਕਰਕੇ ਜੇਲ੍ਹ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਟ ਸੀਗੇ, ਬਹੁਤ ਸਾਰੇ ਜਿਹੜੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਦਾ ਬਾਹਰ ਸਿੱਕਾ ਚੱਲਦਾ ਸੀ, ਤੇ ਜੇਲ੍ਹ 'ਚ ਉਹਨਾਂ ਦਾ ਬੜਾ ਘਟਾਪਾ ਕਰਦੇ ਆ ਦੂਜੇ। ਉੱਥੇ ਫਿਰ ਆਇਆ ਨਾ ਵੀ ਜੇਲ੍ਹ 'ਚ ਵੀ ਇੱਕ ਜਿਹੜਾ ਹੈਗੀ ਸਰਕਾਰ ਪੈਰਲਰ ਚੱਲਦੀ ਹੈ। ਦੀਪ ਸਿੱਧੂ ਨੂੰ ਜੇਲ੍ਹ 'ਚ ਕਿਤੋਂ ਖਤਰਾ ਹੋ ਸਕਦਾ? ਕੀ ਕੋਈ ਇੱਦਾਂ ਦਾ ਵਰਤਾਰਾ ਸੀ ਕਿ ਜੇਲ੍ਹ 'ਚ ਜਿਹੜੇ ਹੋਰ ਲੋਕ ਸੀ, ਕਿਉਂਕਿ ਖਬਰਾਂ ਉਹਨਾਂ ਤੱਕ ਸਾਰੀਆਂ ਪੁੱਜਦੀਆਂ ਨੇ ਕਿ ਇਹ ਬੰਦਾ ਕੀ ਕਰਕੇ ਆਇਆ, ਇਹ ਕੋਈ ਕਾਰਨ ਸੀ ਉਸਨੂੰ ਖਤਰੇ ਦਾ, ਜਿਸ ਤਰ੍ਹਾਂ ਉਹਨੂੰ ਬਾਹਰ ਉਹਨੂੰ ਲੋਕ ਪੈ ਨਿਕਲੇ ਸੀ ਕਿ ਜੇਲ੍ਹ ਦੇ ਅੰਦਰ ਉਹਨੂੰ ਇਸ ਤਰ੍ਹਾਂ ਦਾ ਬਾਕੀ ਕੈਦੀਆਂ ਤੋਂ ਖਤਰਾ ਸੀਗਾ, ਜਾਂ ਕੋਈ ਹੋਰ ਕਾਰਨ ਸੀਗਾ ਉਸਨੂੰ ਸਿਕਿਉਰਿਟੀ ਨੂੰ ਲੈ ਕੇ ਜੋ ਉਸਨੇ ਐਪਲੀਕੇਸ਼ਨ ਲਾਈ ਸੀ ਜੋ ਵਾਪਸ ਲਈ ਹੈ? ਜੀ ਟਵਾਣਾ ਸਾਹਿਬ, ਗੱਲ ਇਹ ਆ ਕਿ ਦੇਖੋ ਮੈਂ ਤੇ ਜੇਲ੍ਹ ਦਾ ਮਾਹੌਲ ਦੇਖਿਆ, ਉੱਥੇ ਹਾਲਾਤ ਕੀ ਆ, ਜੇ ਤੁਸੀਂ ਸਾਫ਼ ਸੁਥਰੇ ਬਾਹਰੋਂ ਜਾਂਦੇ ਹੋ ਤੇ ਤਦ ਵੀ ਤੁਹਾਨੂੰ ਅੰਦਰ ਲਬੇੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ। ਉੱਥੇ ਅਲੱਗ-ਅਲੱਗ ਗੈਂਗ ਰੂਪੀ ਗਰੁੱਪ ਜਿਹੜੇ ਆ ਉਹ ਬਣ ਜਾਂਦੇ ਆ, ਤੇ ਉਹ ਬਣਨੇ ਸੁਭਾਵਿਕ ਆ। ਭਾਵੇਂ ਤੁਸੀਂ ਸਰਕਾਰ ਦੇ ਵਿਰੁੱਧ ਕਿਸੇ ਐਜੀਟੇਸ਼ਨ 'ਚ ਹੋਵੋ, ਚਾਹੇ ਤੁਸੀਂ ਘਰੇਲੂ ਝਗੜੇ 'ਚ ਹੋਵੋ, ਤੇ ਕਿਸੇ ਵੀ ਵੱਖਰੇ ਕੇਸ 'ਚ ਹੋਵੋ ਟਵਾਣਾ ਸਾਹਿਬ, ਉਹਦੇ 'ਚ ਕੁਝ ਕੇਸ ਅਜਿਹੇ ਆ ਜਿਹੜਿਆਂ ਨੂੰ ਅੰਦਰ ਬੜੀ ਘਿਰਨਾ ਨਾਲ ਦੇਖਿਆ ਜਾਂਦਾ, ਤੇ ਉਹਨਾਂ ਦਾ ਕਟਾਪਾ ਹੋਣਾ ਸੁਭਾਵਿਕ ਆ। ਬਹੁਤ ਸਾਰੇ ਲੋਕ ਅਪਰੋਚ ਨਾਲ ਅੰਦਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਉਹਨਾਂ ਦੇ ਨਾਲ ਜਿਹੜਾ ਉਹ ਮਿਲੀ ਭੁਗਤ ਨਾਲ ਆਪਣੇ ਵੱਖਰੇ ਸੈੱਲਾਂ 'ਚ ਰਹਿੰਦੇ ਆ, ਠੀਕ ਆ। ਹੁਣ ਉਹਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਆ, ਮਹਿੰਦਰਪਾਲ ਬਿੱਟੂ ਸੀ, ਉਹ ਬੇਅਦਬੀ ਦੇ ਕੇਸ 'ਚ ਸ਼ਾਮਲ ਸੀ, ਸਾਰਿਆਂ ਨੂੰ ਪਤਾ ਸੀ।
ਪਰ ਉਹਦੇ ਤੱਕ ਦੇਖੋ ਕਦੋਂ ਮੌਕਾ ਲੱਗਿਆ, ਕਿੱਦਾਂ ਲੱਗਿਆ, ਤਿਆਰੀ ਕਰਕੇ ਬੈਠੇ ਰਹੇ। ਅਗਲਿਆਂ ਨੇ ਮਿੰਟ ਨਹੀਂ ਲਾਇਆ, ਜਦੋਂ ਮੌਕਾ ਆਇਆ ਉਦੋਂ ਕਿਸੇ ਦੀ ਨਹੀਂ ਸੁਣੀ ਤੇ ਉਹਦਾ ਬਿਲਕੁਲ। ਉਹ ਕਤਲ ਪਹਿਲਾਂ ਕਰਤਾ। ਪੂਲੇ ਦਾ ਇਸ ਸੀਗਾ, ਕਰਕੇ ਮਤਲਬ ਜਿਹੜਾ ਮਾੜੇ ਕੰਮ 'ਚ ਇਨਵੋਲਵ ਬੰਦਾ ਕੋਈ ਵੀ ਹੈ ਜੇਲ੍ਹ 'ਚ, ਮਤਲਬ ਉਹਦੇ ਤੇ ਸੇਫ ਨਹੀਂ ਹੈ ਉਹ ਬੰਦਾ ਜੇਲ੍ਹ 'ਚ। ਯਾਰ ਕਈ ਲੋਕ ਨੇ ਉਹਨਾਂ ਦੀ ਰਿਸਪੈਕਟ ਬੜੀ ਹੈ ਜੇਲ੍ਹ ਗਿਆ ਦੀ, ਇਹ ਵੀ ਕਾਰਨ ਹੁੰਦਾ ਨਾ, ਉਹ ਬਾਕੀ ਤੇ ਹਾਂ ਉਹਨਾਂ ਨੂੰ ਸਰਦਾਰ ਮੰਨ ਲੈਂਦੇ ਹਾਂ ਨੇ ਟਵਾਣਾ ਜੀ। ਸਾਹਿਬ, ਹਾਂ ਟਵਾਣਾ ਸਾਹਿਬ, ਬਿਲਕੁਲ ਇਹ ਕੁਛ ਉੱਥੇ ਚੱਲਦਾ ਵਾ। ਹੁਣ ਰਹੀ ਗੱਲ ਦੀਪ ਸਿੱਧੂ ਦੀ ਸੀ, ਦੀਪ ਸਿੱਧੂ ਨੂੰ ਪਤਾ ਸੀ ਵੀ ਜਦੋਂ ਮੈਂ ਲਾਲ ਕਿਲੇ ਤੋਂ ਬਾਹਰ ਨਿਕਲਿਆ ਤੇ ਉਸ ਵੇਲੇ ਮੈਨੂੰ ਲੋਕ ਕਿੱਦਾਂ ਪੈ ਗਏ ਸੀ, ਇੱਕਦਮ ਪੈ ਗਏ ਸੀ ਕਿ ਉਦੋਂ ਟਵਾਣਾ ਸਾਹਿਬ ਅਜੇ ਕਿਸੇ ਨੂੰ ਸਮਝ ਨਹੀਂ ਸੀ ਆਇਆ ਵੀ ਇਹ ਕੀ ਹੋਇਆ ਕੀ ਨਹੀਂ, ਪਰ ਲੋਕ ਉਹਨੂੰ ਉਦੋਂ ਵੀ ਪੈ ਗਏ ਸੀ ਕਿ ਤੂੰ ਸਾਡੇ ਕੀਤੇ ਕਰਾਏ ਸਾਰੇ ਦਾ ਪੱਠਾ ਬਿਠਾਤਾ। ਲੋਕ ਉਹਨੂੰ ਪੈ ਗਏ ਸੀ, ਪਰ ਉਹ ਭੱਜ ਨਿਕਲਿਆ। ਹੁਣ ਟਵਾਣਾ ਸਾਹਿਬ ਇਹ ਤਾਂ ਉਹਨੂੰ ਪਤਾ ਸੀ ਵੀ ਅੰਦਰ ਵੀ ਕੁਝ ਨੌਜਵਾਨ ਜਿਹੜੇ 26 ਜਨਵਰੀ ਵਾਲੇ ਦਿਨ ਪਕੜੇ ਗਏ ਉਹ ਅੰਦਰ ਨੇ, ਤੇ ਜੇ ਮੈਂ ਉੱਥੇ ਗਿਆ ਤੇ ਮੇਰੀ ਜਾਨ ਨੂੰ ਖਤਰਾ ਵਾ। ਇਹ ਬੇਸਿਕਲੀ ਉਹ ਸੀ, ਹੋਰ ਕਿਸੇ ਤੋਂ ਨਹੀਂ ਸੀ ਉਹਨੂੰ ਖਤਰਾ। ਉਹਨੂੰ ਇਹ ਸੀ ਕਿ ਜਿਹੜੇ ਇਹ ਨੌਜਵਾਨ ਅੰਦਰ ਗਏ ਨੇ, ਇਹ ਵੀ ਮੇਰੇ ਕਾਰਨਾਮਿਆਂ ਕਰਕੇ ਜੋ ਕੁਝ ਵਾਪਰਿਆ ਇਹ ਮੇਰੇ ਲਈ ਔਖੀ ਘੜੀ ਹੋਏਗੀ। ਇਸੇ ਕਰਕੇ ਟਵਾਣਾ ਸਾਹਿਬ ਉਹਨੇ ਇਹ ਗੁਹਾਰ ਲਾਈ ਸੀ ਕਿ ਮੈਨੂੰ ਅੰਦਰ ਜਿਹੜਾ ਵਾ ਉਹ ਵੱਖਰੇ ਸੈੱਲ 'ਚ ਰੱਖਿਆ ਜਾਵੇ। ਤੇ ਉਹ ਵੱਖਰੀ ਗੱਲ ਸੀ ਕਿ ਜਿਹੜੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਜੇਲ੍ਹ ਦੇ, ਟਵਾਣਾ ਸਾਹਿਬ, ਉਹ ਪਹਿਲਾਂ ਹੀ ਇਹੋ ਜਿਹੇ ਕੇਸ ਜਿਹੜੇ ਆ ਉਹਨਾਂ ਨੂੰ ਵੱਖਰਾ ਰੱਖਦੇ ਆ, ਉਹ ਬਾਕੀਆਂ ਦੇ ਵਿੱਚ ਸ਼ਾਮਲ ਨਹੀਂ ਕਰਦੇ। ਉਹਨਾਂ ਨੂੰ ਪਤਾ ਵਾ ਵੀ ਜੇ ਸ਼ਾਮਲ ਕਰਾਂਗੇ ਕਰਤਾ ਹੋਣਾ ਨਾ, ਬੀਜੇਪੀ ਸਰਕਾਰ ਹੈ, ਕਹਿ ਹੀ ਦੇਣਾ ਕਿ ਮੇਰਾ ਮਿੱਤਰ ਹੈ ਭਾਈ ਪੁਰਾਣਾ, ਧਿਆਨ ਰੱਖਿਓ। ਹਾਂ ਟਵਾਣਾ ਸਾਹਿਬ ਦੇਖੋ, ਬਾਹਰ ਨਾਲੋਂ ਅੰਦਰ ਬਾਹਰ ਜਦੋਂ ਬੰਦਾ ਪਕੜਿਆ ਹੁੰਦਾ ਜਾਂ ਉਹਦੇ ਤੇ ਕੇਸ ਦਰਜ ਹੁੰਦਾ, ਉਹਦਾ ਪੁਲਿਸ ਰਿਮਾਂਡ ਲੈਣਾ ਹੁੰਦਾ, ਉਹਨੂੰ ਕਸਟਡੀ 'ਚ ਰੱਖਣਾ, ਬਾਹਰ ਇੰਨੀ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ਜਿੰਨੀ ਅੰਦਰ ਪੈਂਦੀ ਆ। ਅੰਦਰ ਤੁਸੀਂ ਡੰਡੇ ਦੇ ਜ਼ੋਰ ਨਾਲ ਹੀ ਜੇਲ੍ਹ ਕੱਟ ਸਕਦੇ ਹੋ, ਅਦਰਵਾਈਜ਼ ਨਹੀਂ। ਜੇ ਕੋਈ ਮਾਤੜ ਬੰਦਾ ਤੇ ਉਹ ਸਾਰੀ ਉਮਰ ਝਾੜੂ ਚੱਕ ਕੇ ਹੀ ਅੰਦਰ ਜੇਲ੍ਹ ਕੱਟ ਸਕੂਗਾ, ਅਦਰਵਾਈਜ਼ ਉਹ ਜੇਲ੍ਹ ਨਹੀਂ ਕੱਟ ਸਕਦਾ। ਮਤਲਬ ਅੰਦਰਲਾ ਉਹਦੇ ਹਰ ਇੱਕ ਜੇਲ੍ਹ ਦੇ ਬਾਹਰ ਸੁਧਾਰ ਘਰ ਲਿਖਿਆ ਹੁੰਦਾ, ਜ਼ਿਲ੍ਹਾ ਸੁਧਾਰ ਘਰ, ਕੇਂਦਰੀ ਸੁਧਾਰ ਘਰ, ਕਿਉਂਕਿ ਉਹ ਸੈਂਟਰ ਜੇਲ੍ਹਾਂ ਹੁੰਦੀਆਂ ਨੇ ਤੇ ਕੁਛ ਜਿਹੜੀਆਂ ਉਹ ਜ਼ਿਲ੍ਹਾ ਜੇਲ੍ਹਾਂ ਹੁੰਦੀਆਂ ਨੇ, ਉਹਦੇ 'ਚ ਸੁਧਾਰ ਘਰ ਲਿਖਿਆ ਹੁੰਦਾ। ਹਾਂ, ਅਰਜੀ ਵਾਪਸ ਲੈਣ ਦਾ ਤਾਂ ਸੁਰਿੰਦਰ ਵੀਰ ਇਹੀ ਕਾਰਨ ਹੋਇਆ ਕਿ ਉਹ ਮਤਲਬ ਸੈਟਿਸਫਾਈ ਹੈ ਸਿਸਟਮ ਤੋਂ, ਉਹਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ, ਤਾਂ ਹੀ ਉਹਨੇ ਅਰਜੀ ਵਾਪਸ ਲਈ। ਜੇ ਉਹਨੂੰ ਖਤਰਾ ਹੁੰਦਾ ਤੇ ਉਹ ਅਰਜੀ ਆਪਣਾ ਫਿਰ ਆਪਣੀ ਵੱਖਰੀ ਸਿਕਿਉਰਿਟੀ ਮੰਗਦਾ ਨਾ। ਇਹਦਾ ਮਤਲਬ ਐਵਰੀਥਿੰਗ ਓਕੇ ਹੈ, ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਫਾਲੋਅਰਸ ਨੂੰ। ਹਾਂ ਟਵਾਣਾ ਸਾਹਿਬ, ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹਨੇ ਉਹਦਾ ਆਪਾਂ ਪਹਿਲਾਂ ਹੀ ਕਿਹਾ ਸੀ ਕਿ ਭਾਈ ਉਹਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅਰਜੀ ਕਾਹਨੂੰ ਲਾਉਨੇ ਆ, ਤੇ ਅਰਜੀ ਉਹਨੇ ਵਾਪਸ ਲੈ ਲਈ। ਇਹਦਾ ਮਤਲਬ ਗੱਲ ਸਹੀ ਹੈ, ਆਪਾਂ ਜੋ ਕਿਹਾ ਸੀ ਵੀ ਅੰਦਰ ਕੰਫਰਟੇਬਲ ਜ਼ੋਨ ਹੈ ਜੀ। ਟਵਾਣਾ ਸਾਹਿਬ, ਹਾਂ ਟਵਾਣਾ ਸਾਹਿਬ, ਉਹਨਾਂ ਨੇ ਕੀ ਆ ਕਿ ਉਹਨਾਂ ਨੇ ਉਹਦੇ ਵਕੀਲ ਨੇ ਆ ਕੇ ਕੋਰਟ 'ਚ ਕਹਿਤਾ ਕਿ ਦੇਖੋ ਜੀ ਉਹਨਾਂ ਨੇ ਅੰਦਰ ਉਹਨੂੰ ਵੱਖਰੇ ਸੈੱਲ 'ਚ ਰੱਖਿਆ ਹੋਇਆ, ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਜਿਹੜੀ ਇਹ ਵਾਪਸ ਲੈਂਦੇ ਆ। ਦੂਸਰੀ ਐਪਲੀਕੇਸ਼ਨ ਜਿਹੜੀ ਉਹਦੀ ਇਹ ਸੀ ਕਿ ਦੇਖੋ ਮੈਂ ਜਿਹੜਾ ਲਾਲ ਕਿਲੇ ਦੇ ਉੱਤੇ ਮੇਰੀ ਲੋਕੇਸ਼ਨ ਟਰੇਸ ਕਰ ਲਈ ਜਾਵੇ, ਮੈਂ ਉਹ 12 ਵਜੇ ਮੈਂ ਮੁਰਥਲ ਸੀ, ਠੀਕ ਹੈ। ਕਹਿੰਦਾ ਉੱਥੇ ਮੈਂ ਇੱਕ ਰੈਸਟੋਰੈਂਟ 'ਚ ਸੀ ਮੁਰਥਲ ਦੇ, 12 ਵਜੇ ਉੱਥੇ ਸੀ, ਮੈਂ 2 ਵਜੇ ਲਾਲ ਕਿਲੇ ਤੇ ਪਹੁੰਚਿਆ। ਹਾਂ, ਉਹ ਤਾਂ ਇੱਕ ਟੈਕਨੀਕਲ ਪੁਆਇੰਟ ਦੱਸੋ ਕਿ ਜਿਵੇਂ ਉਹ ਵਕੀਲ ਸੀ, ਸਾਰਾ ਕੁਝ ਲਾਮਬੰਦ ਕਰਕੇ ਮੋਬਲਾਈਜ਼ ਕਰਕੇ, ਉਹ ਬੜੇ ਰਾਤ ਨੂੰ ਜਿਵੇਂ ਕਹਿ ਕੇ ਅੱਜ ਸੌਣ ਦਾ ਵਕਤ ਨਹੀਂ, ਜਿਹੜਾ ਉਹਦੇ ਕੋਲ ਕਾਨੂੰਨਨ ਪ੍ਰੋਸੈਸ ਸੀ। ਤੁਸੀਂ ਵੇਖੋ ਕਿ ਇਲੈਕਸ਼ਨ ਲੜਨ ਲਈ ਉਹ ਬਾਇਜ਼ਤ ਬਰੀ ਹੋ ਕੇ ਆਏਗਾ, ਕਿਉਂਕਿ ਉਹਨੇ ਟੈਕਨੀਕਲ ਪੁਆਇੰਟ, ਕਿਉਂਕਿ ਉਹ ਚਲਾਕ ਬਹੁਤ ਹੈ, ਉਹਨੂੰ ਪਤਾ ਸਿਸਟਮ ਦਾ। ਹੁਣ ਜਿਹੜੀ ਉਹਨੇ ਬਰੀ ਹੋਣਾ, ਉਹ ਲੋਕੇਸ਼ਨ ਦੇ ਆਧਾਰ 'ਤੇ ਆਪਾਂ ਤਾਂ ਹੀ ਸਾਰਾ ਕੁਝ ਫਰੋਲ ਕੇ ਆਪਣੇ ਬੰਦਿਆਂ ਰਾਹੀਂ ਉਹਦੇ ਰਿਪੋਰਟਿੰਗ ਕੀਤੀ ਸੀ ਵੀ ਭਾਈ ਤੁਹਾਡਾ ਦੀਪ ਸਿੱਧੂ ਕਿੱਥੇ ਆ, ਦੱਸੋ। ਕੋਈ ਨਾਕਾ ਨਹੀਂ ਤੋੜ ਰਿਹਾ। ਉਹ ਜਦੋਂ ਸਾਰਾ ਸੇਫ ਰਸਤੇ ਦੇ ਰਾਹੀਂ, ਕਿਉਂਕਿ ਇੰਨੀ ਅਫਰਾ ਤਫਰੀ ਸੀ, ਹਰ ਬੰਦੇ ਦੀ ਚੈਕਿੰਗ ਸੀ, ਉਹਨੂੰ ਸੇਫ ਰਸਤੇ ਲਾਲ ਕਿਲੇ ਲਿਜਾਇਆ ਗਿਆ। ਉਹ ਹੁਣ ਆਪਣੀ ਸੈੱਲਫੋਨ ਲੋਕੇਸ਼ਨ ਦੇ ਆਧਾਰ 'ਤੇ, ਇਹ ਵੀ ਹੋ ਸਕਦਾ ਕਿ ਸੈੱਲਫੋਨ ਉਹਨੇ ਕਿਸੇ ਨੂੰ ਦਿੱਤਾ ਹੋਵੇ, ਕਿਉਂਕਿ ਜਿਹੜਾ ਸੈੱਲਫੋਨ ਡਿਟੇਲ ਹੈ ਉਹ ਤਾਂ ਜਿੱਥੇ ਉਹਦਾ ਫੋਨ ਹੈ, ਚਾਹੇ ਉਹ ਕਾਰ 'ਚ ਰੱਖ ਕੇ ਘੁੰਮੀ ਜਾਵੇ, ਉਹ ਜਾਣੀ ਸੈੱਲਫੋਨ ਡਿਟੇਲ ਦੇ ਉਹ ਸਾਰੇ ਸਬੂਤ, ਜਿਹੜੀ ਕਾਲ ਰਿਕਾਰਡਿੰਗ ਡਿਟੇਲ ਹੁੰਦੀ ਹੈ, CDR ਹੁੰਦੀ ਹੈ ਜਿਹੜੀ, CRD ਸੌਰੀ, ਉਹਦੀ ਬਣਾ 'ਤੇ ਉਹ ਬਰੀ ਹੋਏਗਾ ਇਹਦੇ 'ਚ, ਇਸ ਕੇਸ 'ਚ। ਕਿ ਮੈਂ ਤਾਂ ਇਹਦੇ 'ਚ, ਮੇਰੇ ਤਾਂ ਇਨਵੋਲਵ ਨਹੀਂ, ਮੈਨੂੰ ਤਾਂ ਆ ਜਿਹੜੇ ਨਾਅਰੇ ਮਾਰਦੇ ਸੀ, ਮੈਨੂੰ ਤਾਂ ਉਹਨਾਂ ਨੇ ਫਸਾਇਆ। ਮਤਲਬ ਉਹ ਪੂਰੀ ਪਲੈਨਿੰਗ ਦੇ ਨਾਲ ਉਹਨੇ ਸਾਰਾ ਕੁਝ ਕੀਤਾ, ਸੇਫ ਗੇਮ ਖੇਡੀ ਹੈ ਕਿ ਨਹੀਂ? ਨਹੀਂ ਟਵਾਣਾ ਸਾਹਿਬ, ਦੇਖੋ ਗੇਮ ਤਾਂ ਉਹਨੇ ਸੇਫ ਖੇਡੀ ਹੈ, ਪਰ ਇੱਕ ਗੱਲ ਹੋਰ ਆ, ਜਿਹੜਾ ਉਹ ਇੱਕ ਨਿਸ਼ਾਨ ਸਾਹਿਬ ਫੜ ਕੇ ਲਾਲ ਕਿਲੇ ਦਾ ਜਿਹੜਾ ਗਰਾਊਂਡ ਆ ਉਹਦੇ 'ਚ ਖੜਾ, ਦੂਸਰੀ ਗੱਲ ਉਹ ਫੋਟੋ ਕਿੰਨੇ ਵਜੇ ਦੀ ਆ, ਦੂਸਰੀ ਗੱਲ ਜਿਸ ਵੇਲੇ ਉਹ ਉੱਥੇ ਸਪੀਚ ਦੇ ਰਿਹਾ ਉਹ ਕਿੰਨੇ ਵਜੇ ਦੀ ਆ, ਜਿਹੜਾ ਉਹਨੇ
ਜਿਹੜੇ ਕਹਿੰਦਾ ਵੀ ਜਿਨ੍ਹਾਂ ਨੇ ਝੰਡਾ ਚੜਾਇਆ ਉਹ ਇੱਧਰ ਆ ਜਾਣ, ਉਹਨਾਂ ਨੌਜਵਾਨਾਂ ਨੂੰ ਵੀ ਕੈਮਰੇ ਦੇ ਮੂਹਰੇ ਕਰਨ ਵਾਲਾ ਦੀਪ ਸਿੱਧੂ ਹੀ ਸੀ। ਮਤਲਬ ਉਹਨਾਂ ਦੀ ਨਹੀਂ ਤੇ ਆਇਡੈਂਟੀਟੀ ਜਿਹੜੀ ਉਹ ਛੁਪੀ ਰਹਿ ਜਾਣੀ ਸੀ, ਪਰ ਬਦਕਿਸਮਤੀ ਉਹਨਾਂ ਨੂੰ ਮੂਹਰੇ ਕਰ ਦਿੱਤਾ ਗਿਆ। ਮੂਹਰੇ ਕਰਕੇ ਉਹਨਾਂ ਨੂੰ ਸਰੋਪੇ ਕਿਹਨੇ ਦਿੱਤੇ? ਉਹ ਵੀ ਦੀਪ ਸਿੱਧੂ ਨੇ ਦਿੱਤੇ। ਠੀਕ ਹੈ, ਸਰੋਪੇ ਦੇ ਕੇ ਉਹਦੇ ਬਾਅਦ ਜਿਹੜਾ ਕਿੰਨੀ ਦੇਰ ਸੰਬੋਧਨ ਕੀਤਾ, ਇਹ ਵੀ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਨੂੰ ਕਹਿ ਰਹੇ ਹਾਂ ਕਿ ਅਸੀਂ ਜੋ ਕੰਮ ਕਰਨਾ ਸੀ ਅਸੀਂ ਕਰ ਦਿੱਤਾ, ਹੁਣ ਇੱਥੇ ਆਓ, ਲਾਲ ਕਿਲੇ ਤੋਂ ਮੋਰਚਾ ਸ਼ੁਰੂ ਕਰੋ ਤੇ ਇੱਥੇ ਆ ਕੇ ਇਸ ਮੋਰਚੇ ਦੀ ਅਗਵਾਈ ਕਿਸਾਨ ਜਥੇਬੰਦੀਆਂ ਕਰ। ਠੀਕ ਹੈ, ਟਵਾਣਾ ਸਾਹਿਬ ਉਹਦਾ ਜਵਾਬ ਤਾਂ ਦੇਣਾ ਪੈਣਾ ਨਾ। ਉਹ ਰਿਕਾਰਡਿੰਗ ਜਿਹੜੀ ਉਹ ਡਿਲੀਟ ਤਾਂ ਨਹੀਂ ਨਾ ਹੋ ਗਈ। ਦੂਸਰੀ ਗੱਲ, ਜਿਹੜਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਖੋ ਜੀ ਇੱਕ ਚੈਨਲ ਤੇ ਲਾਈਵ ਆ, ਪਹਿਲਾਂ ਉਹਨੇ 2 ਚੈਨਲਾਂ ਤੇ ਇਹ ਗੱਲ ਕਹੀ ਕਿ ਹੁਣ ਸਾਡਾ ਮੋਰਚਾ ਜਿਹੜਾ ਉਹ ਲਾਲ ਕਿਲੇ ਤੋਂ ਚੱਲੇਗਾ, ਤੇ ਅਸੀਂ ਉਹਨਾਂ ਨੇ ਇੱਕ ਲੀਡਰ ਦਾ ਨਾਮ ਵੀ ਲਿਆ, ਮਨਜੀਤ ਸਿੰਘ ਰਾਏ ਦਾ, ਉਹਦੇ ਨਾਲ ਗੱਲ ਹੋ ਗਈ ਆ ਤੇ ਸਾਰੀਆਂ ਹੀ ਸੰਯੁਕਤ ਕਿਸਾਨ ਮੋਰਚਾ ਇੱਥੇ ਆ ਰਿਹਾ, ਹੁਣ ਸਾਡਾ ਮੋਰਚਾ ਇੱਥੋਂ ਚੱਲੇਗਾ। ਠੀਕ ਹੈ, ਅਗਲੀ ਗੱਲ, ਇੱਕ ਚੈਨਲ ਲਾਈਵ ਕਰਦਾ ਤੁਰਿਆ ਜਾ ਰਿਹਾ, ਉਦੋਂ ਉਹਨਾਂ ਨੂੰ ਉਹ ਕਹਿ ਰਿਹਾ ਬਸ ਸਾਡੀ ਗੱਲ ਹੋ ਗਈ ਆ, ਅਸੀਂ ਇੱਥੋਂ ਹੀ ਹੁਣ ਬਹਿ ਕੇ ਚਲਾਵਾਂਗੇ, ਹੁਣ ਅਸੀਂ ਸਿੰਘੂ ਬਾਰਡਰ ਨਹੀਂ ਜਾਣਾ। ਨਾਲ ਦੀ ਨਾਲ ਉਹ ਕਹਿੰਦਾ, ਉਹਨੂੰ ਫੋਨ ਆ ਜਾਂਦਾ, ਫੋਨ ਦੇ ਉੱਤੇ ਕਹਿੰਦਾ ਹਾਂਜੀ ਜਾਦਵ ਸਾਹਿਬ ਮੈਂ ਇੱਥੇ ਖੜਾ, ਬਿਲਕੁਲ ਲਾਲ ਕਿਲੇ ਦੇ ਸਾਹਮਣੇ ਖੜਾ। ਇਹ ਵਰਡਿੰਗ ਆ ਉਸ ਵੇਲੇ ਸਰਵਣ ਸਿੰਘ ਪੰਧੇਰ ਦੀ, ਉਹ ਰਿਕਾਰਡ ਦੇ ਵਿੱਚ ਆ ਟਵਾਣਾ ਸਾਹਿਬ, ਉਹ ਕੋਈ ਆਡੀਓ ਨਹੀਂ ਹੈ, ਉਹ ਵੀਡੀਓ ਹੈ, ਉਹਦੇ ਵਿੱਚ ਰਿਕਾਰਡ ਦੇ ਵਿੱਚ ਆ। ਫਿਰ ਉਹ ਇੱਕ ਉੱਥੇ ਪੁਲਿਸ ਅਫਸਰ ਨੂੰ ਫੜਾ ਦਿੰਦਾ, ਕਹਿੰਦਾ ਜਾਦਵ ਸਾਹਿਬ ਦਾ ਫੋਨ ਆ, ਤੁਸੀਂ ਸੁਣ ਲਓ। ਉਹ ਸੁਣਦੇ ਨਹੀਂ। ਇਹ ਜਾਦਵ ਕੌਣ ਆ? ਜਿਹੜਾ ਦਿੱਲੀ ਕ੍ਰਾਈਮ ਬ੍ਰਾਂਚ ਦਾ ਡਿਪਟੀ ਕਮਿਸ਼ਨਰ ਆਫ ਪੁਲਿਸ ਆ, DCP ਜਿਹਨੂੰ ਕਹਿੰਦੇ ਆ, ਉਹ ਹੈ ਜਿਹਦੇ ਨਾਲ ਸਰਵਣ ਸਿੰਘ ਪੰਧੇਰ ਦੀਆਂ 24 ਦੀ ਰਾਤ ਤੇ 25 ਦੇ ਦਿਨ ਦੇ ਵਿੱਚ ਵੀ 2 ਮੀਟਿੰਗਾਂ ਹੋਈਆਂ ਸੀ। ਜਿਸ ਵੇਲੇ ਕਹਿੰਦੇ ਸੀ ਅਸੀਂ ਰਿੰਗ ਰੋਡ ਜਾਣਾ। ਤੇ ਟਵਾਣਾ ਸਾਹਿਬ ਉਸ ਦੇ ਬਾਅਦ ਕੀ ਵਾਪਰਿਆ ਕਿ ਫਿਰ ਉਸੇ ਸਰਵਣ ਸਿੰਘ ਪੰਧੇਰ ਨੇ ਆਪਣੀ ਗੱਡੀ 'ਚ ਬਹਿ ਕੇ ਇੱਕ ਵੀਡੀਓ ਹੋਰ ਪਾਤੀ ਕਿ ਦੇਖੋ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਸੀ ਉਹ ਅਸੀਂ ਕਰ ਦਿੱਤਾ, ਪ੍ਰੋਟੈਸਟ ਹੋ ਗਿਆ, ਸਾਡਾ ਸਫਲ ਰਿਹਾ, ਅਸੀਂ ਕੋਈ ਵਾਇਲੈਂਸ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤੀ। ਅਸੀਂ ਹੁਣ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਸਾਰੇ ਜਣੇ ਇੱਥੋਂ ਸਿੰਘੂ ਬਾਰਡਰ ਚੱਲੋ, ਸਾਡਾ ਪ੍ਰੋਟੈਸਟ ਜਿਹੜਾ ਉਹ ਸਫਲ ਰਿਹਾ। ਟਵਾਣਾ ਸਾਹਿਬ ਇਹ ਸਾਰਾ ਕੁਝ ਕੀ ਸੀਗਾ? ਇਸ ਕਰਕੇ ਕੱਲਾ ਇਹ ਕਹਿ ਦੇਣਾ ਕਿ ਮੈਂ 12 ਵਜੇ ਉੱਥੇ ਸੀ, ਭਾਈ ਜਿਹੜਾ ਤੁਸੀਂ 25 ਦੀ ਰਾਤ ਨੂੰ ਸਿੰਘੂ ਬਾਰਡਰ ਦੀ ਸਟੇਜ ਤੋਂ ਕੀਤਾ ਉਹ ਕੀ ਸੀ? ਸੇਫ ਗੇਮ ਤਾਂ ਖੇਡਦੇ ਸੀਗੇ, ਠੀਕ ਹੈ ਨਾ, ਪਰ ਕੀ ਸੀ? ਹੁਣ ਟਵਾਣਾ ਸਾਹਿਬ ਦੇਖੋ, ਇੱਕ ਬੰਨੇ ਜਿਹੜੇ ਦੀਪ ਸਿੱਧੂ ਨੂੰ ਹੀਰੋ ਬਣਾਉਂਦੇ ਆ, ਕਦੀ ਉਹ ਸੁਖਦੇਵ ਸਿੰਘ ਸੁੱਖੇ ਦੇ ਨਾਲ ਤੁਲਨਾ ਕਰਦੇ ਆ, ਕਦੀ ਹਰਜਿੰਦਰ ਸਿੰਘ ਜਿੰਦੇ ਨਾਲ ਕਰਦੇ ਆ, ਠੀਕ ਹੈ, ਕਦੀ ਸਤਵੰਤ ਸਿੰਘ ਬੇਅੰਤ ਸਿੰਘ ਤੇ ਕੇਤ ਸਿੰਘ ਨਾਲ ਤੁਲਨਾ ਕਰਦੇ ਆ, ਕਦੀ ਉਹ ਭਾਗ ਸਿੰਘ ਤੇ ਕਰਤਾਰ ਸਿੰਘ ਸਰਾਭੇ ਨਾਲ ਤੁਲਨਾ ਕਰਦੇ ਆ। ਕਹਿੰਦੇ ਉਹ ਉਹਨਾਂ ਵਾਲੀ ਕਲਾ ਵਰਤਣੀ ਆ। ਜੇ ਕਲਾ ਵਰਤਣੀ ਸੀ ਤੇ ਟਵਾਣਾ ਸਾਹਿਬ ਹੁਣ ਫਿਰ ਕੋਰਟ ਦੇ ਵਿੱਚ ਐਪਲੀਕੇਸ਼ਨਾਂ ਲਾਉਣ ਦੀ ਕਿੱਡੀ ਕੋ ਨੌਬਤ ਆ ਗਈ ਸੀ ਕਿ ਭਾਈ ਮੇਰੀ ਲੋਕੇਸ਼ਨ ਟ੍ਰੇਸ ਕਰੋ। ਸੁਰਿੰਦਰਵੀਰ ਸਾਰੀਆਂ ਪਰਤਾਂ ਖੁੱਲ੍ਹੀਆਂ ਨੇ। ਲੱਖੇ ਸਤਾਣੇ ਦਾ ਫੇਸਬੁੱਕ ਅਮਰੀਕਾ, ਇਟਲੀ, ਕੁਝ ਮੁਲਕਾਂ 'ਚ ਵੇਖਿਆ ਜਾ ਸਕਦਾ, ਪਰ ਇੰਡੀਆ ਦੇ ਵਿੱਚ ਇਹ ਬੈਨ ਹੋ ਗਿਆ। ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਸੋਸ਼ਲ ਸਾਈਟਸ 'ਤੇ ਹੁਣ ਇਸ ਵੱਧਦੇ ਆਗੂਆਂ ਦੇ ਕਾਰਵਾਂ ਨੂੰ, ਕਿਉਂਕਿ ਦੇਖੋ ਇਹ ਗੱਲ ਤਾਂ ਕਲੀਅਰ ਹੈ ਕਿ ਦੀਪ ਦੇ ਨਾਲੋਂ ਲੱਖੇ ਸਤਾਣੇ ਦਾ ਕੱਦ ਉੱਚਾ ਹੋਇਆ। ਹੁਣ ਪੋਸਟਾਂ 'ਤੇ ਦੀਪ ਦੀਆਂ ਵੀ ਪੈ ਰਹੀਆਂ ਨੇ, ਹੈ ਨਾ। ਦੀਪ ਦੇ ਪੇਜ 'ਤੇ ਤਾਂ ਕਾਰਵਾਈ ਅਜੇ ਤੱਕ ਕਿਉਂ ਨਹੀਂ ਹੋਈ? ਲੱਖੇ ਨੇ ਚਲੋ ਠੀਕ ਹੈ, ਜਿਹੜਾ ਉਹਨੇ ਕੱਟ ਕੀਤਾ, ਕਾਂਗਰਸ ਨੇ ਕਰਾਇਆ, ਕਿਸੇ ਨੇ ਕਰਾਇਆ, ਉਹ ਚਲੋ ਆਪਾਂ ਉਸ ਪਾਸੇ ਨਾ ਜਾਈਏ, ਪਰ ਲੱਖੇ ਨਾਲ ਕੇਡਰ ਹੈਗਾ ਅਤੇ ਇਸ ਦੇ ਵਿੱਚ ਲੱਖਾ ਥੋੜ੍ਹਾ ਜਿਹਾ ਉੱਪਰ ਵੀ ਹੋਇਆ ਦੀਪ ਨਾਲੋਂ, ਜਿਹੜੀ ਮਹਾਰਾਜ ਰੈਲੀ ਉਹਨੇ ਕੀਤੀ ਹੈ। ਅਤੇ ਲੱਖੇ ਸਿਧਾਣੇ ਦਾ ਪੇਜ ਸੀ ਜਿਹੜਾ ਉਹ ਬੈਨ ਕਰ ਦਿੱਤਾ ਗਿਆ, ਪਰ ਦੀਪ ਦਾ ਪੇਜ ਉਸੇ ਤਰ੍ਹਾਂ ਆਰਾਮ ਨਾਲ ਚੱਲ ਰਿਹਾ। ਹੁਣ ਜੇ ਇੰਨਾ ਕੁਛ ਹੋਣ ਦੇ ਬਾਵਜੂਦ ਪਤਾ ਕਿ ਦੀਪ ਦੀ ਇੱਕ ਫਰੈਂਡ ਸੀ ਜਿਹੜੀ ਅਮਰੀਕਾ ਤੋਂ ਇਹ ਪੋਸਟਾਂ ਪਾਉਂਦੀ ਸੀ, ਅਤੇ ਦੀਪ ਦੇ ਪੇਜ 'ਤੇ ਕਾਰਵਾਈ ਕਿਉਂ ਨਹੀਂ ਅਤੇ ਲੱਖੇ ਸਿਧਾਣੇ ਦੇ ਪੇਜ 'ਤੇ ਕਾਰਵਾਈ ਇਹ ਹੈ ਕਿ ਦੀਪ ਦੇ ਨਾਲੋਂ ਇਹ ਲੀਡ ਕਰਕੇ ਅੱਗੇ ਨਾ ਵੱਧ ਜਾਵੇ? ਇਹ ਕੀ ਕਾਰਨ ਹੈ ਜੀ? ਕੰਟੀਨਿਊ ਪਲੀਜ਼। ਨਹੀਂ ਟਵਾਣਾ ਸਾਹਿਬ, ਦੋਨੋਂ ਕੇਸ ਡਿਫਰੈਂਟ ਨੇ। ਦੇਖੋ, ਜਦੋਂ ਦੀਪ ਸਿੱਧੂ ਦੀਆਂ ਵੀਡੀਓ 4 ਪੈ ਚੁੱਕੀਆਂ ਸੀ, ਠੀਕ ਹੈ, ਅਲੱਗ-ਅਲੱਗ ਪਈਆਂ ਸੀ, ਉਸ ਵੇਲੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਕਲੀਅਰ ਕਰ ਦਿੱਤਾ ਸੀ ਕਿ ਵੀਡੀਓ ਇੰਡੀਆ 'ਚ ਬਣਦੀ ਆ, ਲੇਕਿਨ ਉਹ ਪੇਜ ਜਿਹੜਾ ਉਹ USA ਤੋਂ ਚੱਲ ਰਿਹਾ, ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਕਿ ਉਹਦੀ ਕੋਈ ਫਰੈਂਡ ਚਲਾ ਰਹੀ ਆ, ਉਹ ਕਲੀਅਰ ਹੋ ਚੁੱਕਿਆ ਸੀਗਾ, ਠੀਕ ਹੈ। ਦੂਸਰੀ ਗੱਲ, ਉਸ ਤੋਂ ਬਾਅਦ ਦੀਪ ਸਿੱਧੂ ਦਾ ਕੋਈ ਵੀ ਵੀਡੀਓ ਜਿਹੜੀ ਆ ਉਹਦੇ ਤੇ
ਨਹੀਂ ਪਈ ਉਹਦੇ ਪੇਜ ਦੇ ਉੱਤੇ, ਨਹੀਂ, ਕਿਉਂਕਿ ਦੀਪ ਸਿੱਧੂ 23 ਪੁਲਿਸ ਫਰਵਰੀ ਨੂੰ ਕਸਟਡੀ 'ਚ ਚੜ੍ਹੀ ਆ ਸੀ। ਸੁਰਿੰਦਰ ਜੀ, ਜਿਹਦੇ 'ਚ ਉਹਨੇ ਕਿਹਾ ਕਿ ਭਾਈ ਮੈਂ ਜ਼ਿੰਮੇਵਾਰ ਨਹੀਂ ਹਿੰਸਾ ਲਈ। 23 ਫਰਵਰੀ ਨੂੰ ਉਹਦੀ ਇੱਕ 15:26 ਤੇ ਇੱਕ ਉਸ ਤੋਂ ਬਾਅਦ ਯਕਦਮ ਚੜ੍ਹੀ ਆ 15:35 ਤੇ। ਇਹਨਾਂ ਦੋਨਾਂ ਵੀਡੀਓ 'ਚ ਉਹਨੇ ਲਾਲ ਕਿਲ੍ਹੇ ਦਾ ਸਾਰਾ ਦਿਖਾ ਕੇ ਆਪਣੇ ਆਪ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣੀ ਕਿ ਉਹਦੇ 'ਚ ਕਿਸਾਨ ਆਗੂਆਂ ਨੂੰ ਪੰਧੇਰ ਦੀ ਵੀਡੀਓ ਪਾਈ ਹੈ, ਜਿਹੜੀ ਉਹ ਮੱਕੜ ਦੇ ਚੈਨਲ ਦੇ ਨਾਲ ਇੰਟਰਵਿਊ ਕਰ ਰਿਹਾ, ਰਕੇਸ਼ ਟਕੈਤ ਦੀ ਪਾਈ ਹੈ ਕਿ ਅਸੀਂ ਉਹ ਕਰਾਂਗੇ। ਜਾਣੀ ਦੀਪ ਨੂੰ ਪੂਰਾ ਮੌਕਾ ਦਿੱਤਾ ਜਾ ਰਿਹਾ ਕਿ ਤੂੰ ਕਿਸਾਨ ਆਗੂਆਂ ਨੂੰ ਭੰਡ ਇਸ ਹਿੰਸਾ ਦੇ ਵਾਸਤੇ, ਕਿ ਮੈਨੂੰ ਤਾਂ ਇਹਨਾਂ ਨੇ ਉਕਸਾਇਆ, ਮੈਂ ਤਾਂ ਆਇਆ। ਜਿਵੇਂ ਕਤਲ ਕੋਈ ਹੁੰਦਾ, ਚੱਕ ਦੋ ਵਾਲੇ ਨੂੰ ਵੀ ਲਪੇਟਿਆ ਜਾਂਦਾ। ਹੁਣ ਜਦੋਂ ਇੱਕ ਬੰਦੇ ਦੇ ਉੱਤੇ ਲੱਖ ਰੁਪਏ ਦਾ ਤੁਸੀਂ ਇਨਾਮ ਰੱਖਿਆ, ਉਹਨੂੰ ਤੁਸੀਂ ਇੰਨਾ ਇਸ਼ਤਿਹਾਰੀ ਮੁਲਜ਼ਮ ਕਰਾ ਲਿਆ, ਉਹ ਤੁਹਾਡੀ ਕਸਟਡੀ 'ਚ ਆ, ਤੇ ਫਿਰ ਉਹਦਾ ਪੇਜ ਤੁਸੀਂ ਆਪਣੇ ਵਿਰੋਧੀਆਂ ਨੂੰ, ਕਿਸਾਨ ਆਗੂਆਂ ਨੂੰ ਭੰਡਣ ਲਈ ਵਰਤਣ ਦੀ ਖੁੱਲ੍ਹ ਦੇ ਰੱਖੀ ਹੈ। ਹਜ਼ਾਰਾਂ ਕਮੈਂਟ ਦੀਪ ਦੀ ਵਾਲ 'ਤੇ ਆ ਚੁੱਕੇ ਨੇ, ਉਹਦੇ 'ਤੇ ਲੱਖਾ ਵੀ ਬੋਲ ਰਿਹਾ। ਸਾਰਿਆਂ ਦੀ ਵੀਡੀਓ ਪਾਈ ਹੈ ਕਿ ਮੈਂ ਜ਼ਿੰਮੇਵਾਰ ਨਹੀਂ ਇਸ ਨਿਸ਼ਾਨ ਸਾਹਿਬ ਜਾਂ ਝੰਡੇ ਵਾਲੇ ਮਾਮਲੇ 'ਚ, ਇਹਦੇ ਲਈ ਜ਼ਿੰਮੇਵਾਰ ਤਾਂ ਆਹ ਲੋਕ ਨੇ। ਉਹ ਸਾਰੀ ਫੁਟੇਜ ਦੀਪ ਪਾ ਰਿਹਾ। 2 ਵੀਡੀਓ 23 ਫਰਵਰੀ ਦੀਆਂ ਚੜ੍ਹੀਆਂ ਨੇ, ਦੀਪ ਦਾ ਪੇਜ ਚੱਲ ਰਿਹਾ। ਤੇ ਲੱਖੇ ਦਾ ਮਹਾਰਾਜ ਰੈਲੀ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਆਇਆ ਕਿ ਲੱਖਾ ਉਹਦੇ ਨਾਲੋਂ ਲੀਡ ਨਾ ਕਰ ਜੇ, ਲੱਖੇ ਦਾ ਪੇਜ ਬੰਦ ਕਰਵਾ ਦਿੱਤਾ ਗਿਆ। ਇਹ ਟੈਕਨੀਕਲ ਪੁਆਇੰਟ ਤਾਂ ਹੈਗਾ ਨਾ ਜੀ? ਨਹੀਂ, ਮੈਂ ਟਵਾਣਾ ਸਾਹਿਬ ਗੁੱਸੇ ਤੇ ਆਉਣ ਲੱਗਾ ਸੀ। ਦੇਖੋ ਕੀ ਸੀ, ਆਪਾਂ ਨੂੰ ਪਤਾ ਕਿ ਜਿਹੜਾ ਦੀਪ ਸਿੱਧੂ ਦਾ ਪੇਜ ਆ ਉਹ ਵਿਦੇਸ਼ ਚੋਂ ਚੱਲ ਰਿਹਾ, ਉਹ ਇੰਡੀਆ ਚੋਂ ਨਹੀਂ ਚੱਲ ਰਿਹਾ। ਜਿਹੜੀਆਂ ਵੀ ਵੀਡੀਓ ਕੱਟ ਕੀਤਾ ਵੱਢ ਜਾ ਕੇ ਸਕਦਾ, ਜਿਵੇਂ ਪਾਈਆਂ ਲੱਖੇ ਦਾ ਬੰਦ ਕੀਤਾ, ਇੰਡੀਆ ਗਵਰਨਮੈਂਟ ਇੰਡੀਆ 'ਚ ਤਾਂ ਹਾਂ ਬੰਦ ਕਰਾ ਸਕਦੀ ਹੈ। ਹਾਂ, ਟਵਾਣਾ ਸਾਹਿਬ ਬਿਲਕੁਲ ਬੰਦ ਕਰ ਸਕਦੀ ਸੀ, ਪਰ ਭਾਰਤ ਸਰਕਾਰ ਨੂੰ ਛੂਟ ਇਹ ਕਰਦਾ ਕਿ ਜਿਹੜੀਆਂ ਹੁਣ ਵੀਡੀਓ ਪਾਈਆਂ ਗਈਆਂ ਨੇ ਉਹਦੇ 'ਚ ਕਿਸਾਨ ਆਗੂਆਂ ਨੂੰ ਭੰਡਿਆ ਜਾ ਰਿਹਾ, ਇਸ ਕਰਕੇ ਉਹ ਸ਼ੂਟ ਕਰਦੀਆਂ ਨੇ। ਭਾਰਤ ਸਰਕਾਰ ਕਦੋਂ ਚਾਹੇਗੀ ਕਿ ਜਿਹੜੀ ਵੀਡੀਓ ਜਿਹੜੀ ਆ ਉਹ ਇਹਨਾਂ ਦੇ ਕਿਸਾਨ ਆਗੂਆਂ ਦੀ ਫੇਵਰ 'ਚ ਜਾਂਦੀ ਹੋਵੇ, ਉਹਦੇ ਤੇ ਉਹਨਾਂ ਨੂੰ ਇਤਰਾਜ਼ ਹੋਊਗਾ। ਜਿਹੜੀ ਉਹਨਾਂ ਨੂੰ ਭੰਡਣ ਲਈ ਹੋਏਗੀ ਉਹਦੇ ਤੇ ਉਹ ਕਿਉਂ ਰੋਕ ਲਾਉਣਗੇ? ਠੀਕ ਹੈ ਨਾ, ਉਹ ਉਹਨਾਂ ਨੂੰ ਭੰਡਣ ਲਈ ਇਸ ਕਰਕੇ ਰੋਕ ਲਾਉਂਦੇ। ਰਹੀ ਗੱਲ ਲੱਖੇ ਸਿਧਾਣੇ ਵਾਲੇ ਦੀ, ਟਵਾਣਾ ਸਾਹਿਬ, ਕਿਉਂਕਿ ਲੱਖੇ ਸਿਧਾਣੇ ਦਾ 1 ਲੱਖ ਇਨਾਮ ਰੱਖਿਆ ਹੋਇਆ। 1 ਲੱਖ ਇਨਾਮ ਤੋਂ ਬਾਅਦ ਉਹ ਮਹਾਰਾਜ ਦੀ ਰੈਲੀ ਦਾ ਐਲਾਨ ਕਰਦਾ, ਮਹਾਰਾਜ ਦੀ ਰੈਲੀ ਦੇ ਵਿੱਚ ਜਾਣ ਦੀ ਗੱਲ ਕਰਦਾ, ਫਿਰ ਉਸ ਰੈਲੀ 'ਚ ਪਹੁੰਚਦਾ, ਪੂਰਾ ਸਟੇਟ ਦਾ ਜੰਤਰ ਤੰਤਰ ਜਿੰਨਾ ਵੀ ਆ ਉਹ ਸਾਰੇ ਦਾ ਸਾਰਾ ਉਹਨੂੰ ਸਪੋਰਟ ਕਰਦਾ। ਤੇ ਟਵਾਣਾ ਸਾਹਿਬ ਉਹਦੇ ਤੋਂ ਫਿਰ ਭਾਰਤ ਸਰਕਾਰ ਦਾ ਜਿਹੜਾ ਹਤਾਸ਼ ਹੋਣਾ ਉਹ ਸੁਭਾਵਕ ਸੀ, ਇਸ ਕਰਕੇ ਉਹਦਾ ਪੇਜ ਜਿਹੜਾ ਉਹ ਬੈਨ ਕਰਨਾ ਹੀ ਕਰਨਾ ਸੀ। ਦੂਜੀ ਗੱਲ, ਦੀਪ ਸਿੱਧੂ ਪੁਲਿਸ ਕਸਟਡੀ 'ਚ ਆ, ਉਹਦੇ ਤੋਂ ਜੋ ਕੁਝ ਉਗਲਾਉਣਾ ਸੀ ਉਗਲਾ ਗਿਆ। ਜਿਹੜੀਆਂ ਫਾਈਲਾਂ ਤਿਆਰ ਕਰਨੀਆਂ ਸੀ ਕਰ ਲਈਆਂ, ਉਹ ਵੱਖਰੀ ਗੱਲ। ਉਹਨਾਂ ਫਾਈਲਾਂ 'ਚੋਂ ਕਿਸੇ ਦੇ ਉੱਤੇ ਵੀ ਹੁਣ ਤੱਕ ਕੋਈ ਕਾਰਵਾਈ ਜਿਹੜੀ ਆ ਉਹ ਭਾਰਤ ਸਰਕਾਰ ਨੇ ਨਹੀਂ ਕੀਤੀ, ਨਾ ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਕੀਤੀ। ਇਸ ਕਰਕੇ ਟਵਾਣਾ ਸਾਹਿਬ ਦੋਨੋਂ ਜਿਹੜੇ ਪੇਜ ਨੇ ਉਹਨਾਂ ਦੀ ਤੁਲਨਾ ਵੀ ਕੀਤੀ ਜਾ ਸਕਦੀ ਆ ਕਿ ਦੀਪ ਸਿੱਧੂ ਨਾਲੋਂ ਲੱਖੇ ਸਿਧਾਣੇ ਦਾ ਕੱਦ ਵਧਿਆ ਤੇ ਲੱਖੇ ਸਿਧਾਣੇ ਵਾਲਾ ਪੇਜ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ ਤੇ ਦੀਪ ਸਿੱਧੂ ਵਾਲਾ ਚੱਲਦਾ ਰਹਿਣ ਦਿੱਤਾ। ਹੁਣ ਗੱਲ ਤਾਂ ਇਹ ਸੀ, ਜੇਕਰ ਦਿੱਲੀ ਕ੍ਰਾਈਮ ਬ੍ਰਾਂਚ ਸਿੰਸੀਅਰ ਹੁੰਦੀ, ਜਦੋਂ ਲੱਖੇ ਸਿਧਾਣੇ ਦਾ ਕਰਨਾ ਸੀ ਤੇ ਭਾਈ ਜਿੱਦਣ ਉਹਦਾ 1 ਲੱਖ ਇਨਾਮ ਰੱਖਿਆ ਸੀ, ਤੁਸੀਂ ਉਹਦੇ ਤੇ ਦੂਸਰਾ ਕੀ ਕਹਿੰਦੇ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ, ਪੇਜ ਤਾਂ ਉਹਦਨੇ ਬੰਦ ਕਰਨਾ ਬਣਦਾ ਸੀ। ਪਰ ਬਦਕਿਸਮਤੀ ਤੁਸੀਂ ਉਦੋਂ ਬੰਦ ਨਹੀਂ ਕੀਤਾ। ਤੁਸੀਂ ਮਹਾਰਾਜ ਤੱਕ ਦੀ ਰੈਲੀ ਹੋਣ ਦਿੱਤੀ, ਮਹਾਰਾਜ ਦੀ ਰੈਲੀ ਤੋਂ ਬਾਅਦ ਉਹਦੀਆਂ ਵੀਡੀਓ ਪਈਆਂ ਨੇ, ਉਹਦੇ ਬਾਅਦ ਜਾ ਕੇ ਤੁਸੀਂ ਬੰਦ ਕੀਤਾ। ਟਵਾਣਾ ਸਾਹਿਬ ਉਹ ਹੁਣ ਕਿਸੇ ਦੇ ਹੋਰ ਦੇ ਪੇਜ ਤੇ ਆ ਜਾਏਗਾ, ਤੁਹਾਡੇ ਸਾਹਮਣੇ ਦੇਖ ਲਿਓ। ਉਹਦੀ ਵੀਡੀਓ ਆਉਣ ਵਾਲੇ ਦਿਨਾਂ 'ਚ ਫੇਰ ਪਏਗੀ, ਅੱਜ ਪੈ ਜੇ ਕੱਲ ਪੈ ਜੇ, ਹੋਰ ਕਿਸੇ ਦੇ ਪੇਜ ਤੋਂ ਪੈ ਜਾਣੀ ਹੈ। ਗੱਲ ਤਾਂ ਇਹ ਹੈ ਨਾ ਕਿ ਦੇਖੋ, ਇੱਕ ਕੈਦੀ ਕਥਿਤ ਤੁਹਾਡੀ ਕਸਟਡੀ ਦੇ ਵਿੱਚ ਹੈ, ਉਸ ਕੈਦੀ ਨੂੰ ਖੁੱਲ੍ਹ ਦੇ ਰੱਖੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਰੀ ਕਰ ਜਿਵੇਂ ਮਰਜ਼ੀ, ਆਪਣੇ ਵਿਰੋਧੀਆਂ ਨੂੰ ਆਪਣੇ ਨਾਲ ਲਪੇਟ। ਹਰ ਬੰਦੇ ਦੀ ਉਹਨੇ ਵੀਡੀਓ ਐਡਿਟ ਕਰਕੇ ਉਹਦੇ 'ਚ ਪੂਰੀ ਪਲੈਨਿੰਗ ਦੇ ਨਾਲ ਪਈ ਆ, ਬੜੀ ਤਰੀਕੇ ਨਾਲ ਉਹਦਾ ਪੇਜ ਮੈਨੇਜ ਹੋ ਰਿਹਾ। ਉਹਨੂੰ ਤਾਂ ਤੁਸੀਂ ਜੇਲ੍ਹ ਦੇ ਵਿੱਚੋਂ ਸਾਰੀ ਆਪਣੀ ਖੁੱਲ੍ਹ ਦੇ ਰੱਖੀ ਹੈ ਕਿ ਆਪਣੇ ਵਿਚਾਰਾਂ ਦੇ ਪ੍ਰਗਟਾਵਾ ਕਰ। ਦੂਸਰੇ ਪਾਸੇ ਅਜੇ ਉਸੇ ਕੇਸ ਦੇ ਵਿੱਚ ਲੱਖਾ ਸਿਧਾਣੇ ਨੇ ਨਾ ਬੈਰੀਕੇਡ ਭੰਨਿਆ, ਨਾ ਲੱਖਾ ਸਿਧਾਣਾ ਲਾਲ ਕਿਲ੍ਹੇ 'ਤੇ ਚੜ੍ਹਿਆ, ਨਾ ਉਹਨੇ ਝੰਡਾ ਲਹਿਰਾਇਆ। ਉਹਨੇ ਤਾਂ ਸਗੋਂ ਕਿਹਾ ਕਿ ਕੋਈ ਨਹੀਂ ਭਾਈ, ਜੇ ਲੀਡਰ ਜਾਣਗੇ ਆਪਾਂ ਵੀ ਚੱਲ ਜਾਂਗੇ। ਦੀਪ ਸ਼ਰੇਆਮ ਕਹਿੰਦਾ ਸੀ ਕਿ ਆਪਾਂ ਜਾਣਾ ਹੀ ਜਾਣਾ ਉੱਧਰ ਨੂੰ। ਉਹ ਕਿ ਇਹਨਾਂ ਦੋਨਾਂ 'ਚ ਜਿਹੜਾ ਹੈਗਾ ਨਾ, ਭਾਵੇਂ ਰਵੀ ਸਿੰਘ ਖਾਲਸਾ ਵੀ ਕਹਿੰਦਾ ਕਿ ਲੱਖਾ ਸਿਧਾਣਾ ਤੇ ਦੀਪ ਬਾਰੇ ਸੋਚੋ, ਪਰ ਉਹ ਪ੍ਰਾਇਓਰਟੀ ਉਹ ਸਾਰੇ ਦੀਪ ਨੂੰ ਦੇ ਰਹੇ ਨੇ। ਹੁਣ ਲੱਖਾ ਸਿਧਾਣਾ ਕੱਦ ਵੱਧ ਕਰਦਾ ਜਾ ਰਿਹਾ, ਇਹਨਾਂ ਨੂੰ ਲੱਗਦਾ ਕਿ ਯਾਰ ਦੀਪ ਨੂੰ ਕਿਤੇ ਡੋਮੀਨੇਟ ਨਾ ਕਰ ਜੇ। ਇੱਕ ਕਥਿਤ ਕੈਦੀ ਹੈ ਜਿਹੜਾ ਦੀਪ ਸਿੱਧੂ, ਉਹਨੂੰ ਖੁੱਲ੍ਹ ਦਿੱਤੀ ਜਾ ਰਹੀ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ, ਪਸਾਰਨ ਦੀ ਤੇ ਵਿਰੋਧੀਆਂ ਨੂੰ ਭੰਡਣ ਦੀ। ਇੱਕ ਉਸੇ ਤਰ੍ਹਾਂ ਦਾ ਕਥਿਤ ਕੈਦੀ ਲੱਖਾ ਸਿਧਾਣਾ, ਉਸ ਦੇ ਉੱਤੇ ਇਹ ਬੰਦਸ਼ਾਂ ਨੇ। ਹਾਲਾਂਕਿ ਭਗੌੜਾ ਦੀਪ ਵੀ ਸੀਗਾ,
ਉਹਦੀਆਂ ਵੀਡੀਓ ਪੈ ਰਹੀਆਂ ਸੀ ਤੇ ਭਗੌੜਾ ਲੱਖਾ ਵੀ ਆ, ਇਹਦੀਆਂ ਵੀਡੀਓ ਵੇਲੇ ਬੰਦਿਸ਼ ਕਿਉਂ ਤੇ ਦੀਪ ਸਿੱਧੂ ਦੀਆਂ ਵੀਡੀਓ ਵੇਲੇ ਬੰਦਿਸ਼ ਅਜੇ ਤੱਕ ਵੀ ਨਹੀਂ? ਉਹਦਾ ਪੇਜ ਐਜ਼ ਇਟ ਇਜ਼ ਪ੍ਰਮੋਟ ਹੋ ਰਿਹਾ। ਇਹਦੇ ਮਤਲਬ 'ਚ ਸਰਕਾਰ ਸ਼ਰੇਆਮ ਦੀਪ ਸਿੱਧੂ ਨੂੰ ਉਭਾਰਨਾ ਚਾਹੁੰਦੀ ਹੈ। ਹੁਣ ਕੀ ਕਸਰ ਰਹਿ ਗਈ ਹੈ? ਜੀ ਕੰਟੀਨਿਊ ਪਲੀਜ਼। ਟਮਣਾ ਸਾਹਿਬ ਬਿਲਕੁਲ ਇਹ ਗੱਲ ਆਪਾਂ ਸ਼ੁਰੂ 'ਚ ਕਹੀ ਸੀ ਕਿ ਦੇਖੋ ਇਹ ਜਿਹੜੀ 26 ਜਨਵਰੀ ਵਾਲਾ ਇੰਸੀਡੈਂਟ ਹੋਇਆ, ਇਹਦੇ ਬਾਅਦ ਬਹੁਤ ਸਾਰੇ ਲੀਡਰ ਬਣਾਏ ਜਾਣਗੇ, ਪਕੜੇ ਜਾਣਗੇ, ਬੜਾ ਵਾਹ ਵੇਲਾ ਕੀਤਾ ਜਾਏਗਾ। ਵਾਹ ਵੇਲੇ ਤੋਂ ਬਾਅਦ ਉਹਨਾਂ ਦੀ ਅਰੈਸਟ ਹੋਏਗੀ, ਅਰੈਸਟ ਕਰਕੇ ਫਿਰ ਉਹਨਾਂ ਦੀਆਂ ਜ਼ਮਾਨਤਾਂ ਹੋਣਗੀਆਂ, ਫਿਰ ਉਹਨਾਂ ਨੂੰ ਹੀਰੋ ਬਣਾ ਕੇ ਛੱਡਿਆ ਜਾਏਗਾ, ਛੱਡ ਕੇ ਉਹਨਾਂ ਨੂੰ ਲੀਡਰ ਦੇ ਤੌਰ ਤੇ ਉਭਾਰਿਆ ਜਾਏਗਾ, ਫਿਰ ਕਿਸਾਨੀ ਸੰਘਰਸ਼ ਦੇ ਵਿੱਚ ਘਸੋੜਿਆ ਜਾਏਗਾ, ਫਿਰ ਕਿਸਾਨੀ ਸੰਘਰਸ਼ ਜਿਹੜਾ ਉਹਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹਨਾਂ ਲੋਕਾਂ ਦੇ ਦੁਆਰਾ। ਠੀਕ ਹੈ, ਇਸ ਟਵਾਣਾ ਸਾਹਿਬ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਕਿ ਜੇ ਕਹਿ ਦਈਏ ਕਿ ਕੀ 26 ਜਨਵਰੀ ਤੋਂ ਬਾਅਦ ਵੀ ਕੋਈ ਹਰਕਤ ਕਰਨਗੇ, ਟਵਾਣਾ ਸਾਹਿਬ ਆਪਾਂ ਪਹਿਲੇ ਕਰਕੇ ਗੱਲ ਹਟੇ ਆ ਕਿ ਉਹਨਾਂ ਨੇ ਹਰ ਸੰਭਵ ਹਰਕਤ ਕਰਨੀ ਆ, ਉਹ ਇਹ ਤੋਂ ਮੁਨਕਰ ਨਹੀਂ ਹੋ ਸਕਦੇ। ਜਿਹੜੀ ਤਰੀਕ ਤੱਕ ਇਸ ਕਿਸਾਨੀ ਅੰਦੋਲਨ ਦਾ ਤੇ ਭਾਰਤ ਸਰਕਾਰ ਦਾ ਜਿੰਨੀ ਦੇਰ ਤੱਕ ਕੋਈ ਬੈਠ ਕੇ ਸਮਝੌਤਾ ਨਹੀਂ ਹੁੰਦਾ, ਉਦੋਂ ਤੱਕ ਇਸ ਕਿਸਾਨੀ ਅੰਦੋਲਨ ਨੂੰ ਖਿਲਾਰਨ ਲਈ ਕੇਂਦਰ ਸਰਕਾਰ ਨੇ ਹਰ ਹਰਬਾ ਜਰਬਾ ਵਰਤਣਾ ਤੇ ਕਿਸਾਨ ਆਗੂਆਂ ਨੇ ਇਸ ਅੰਦੋਲਨ ਨੂੰ ਬਚਾ ਕੇ ਤੇ ਭਾਰਤ ਸਰਕਾਰ ਨਾਲ ਲੜਾਈ ਜਿਹੜੀ ਆ ਉਹਨੂੰ ਜਾਰੀ ਰੱਖਣ ਦਾ ਜਿਹੜਾ ਉਹ ਆਪਣਾ ਇਰਾਦਾ ਜਿਹੜਾ ਉਹ ਜਾਰੀ ਰੱਖਦੇ ਰਹਿਣਾ ਤੇ ਇਹਨੂੰ ਪੂਰਾ ਕੰਟਰੋਲ 'ਚ ਰੱਖਣਾ, ਜ਼ਾਬਤੇ 'ਚ ਰੱਖਣਾ ਕਿ ਸਾਡਾ ਅੰਦੋਲਨ ਖਿੱਲਰ ਨਾ ਜਾਵੇ। ਮਤਲਬ ਦੋਨੋਂ ਧਿਰਾਂ ਇਹ ਲਾ ਲਓ ਕਿ ਸਰਹੱਦ ਦੇ ਉੱਤੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਖੜੀਆਂ ਨੇ ਤੇ ਦੋਨਾਂ ਨੂੰ ਇਹ ਕਿ ਜਿਹੜੀ ਵੀ ਫੌਜ ਮਾੜਾ ਮੋਟਾ ਥਿੜਕ ਗਈ ਉਸੇ ਦੇਸ਼ ਦਾ ਨੁਕਸਾਨ ਹੋ ਸਕਦਾ। ਜੀ ਸੁਰਿੰਦਰ ਜੀ, ਹੋਰ ਜਾਂਦੇ ਜਾਂਦੇ ਇੱਕ ਆਪਣੇ ਕੋਲ 1.5 ਮਿੰਟ ਹੈਗਾ, ਨਵਦੀਪ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ? ਜੀ ਸੁਰਿੰਦਰ। ਨਵਦੀਪ ਕੌਰ ਦਾ ਇਹ ਹੈ ਕਿ ਦੇਖੋ ਉਹ ਤਿੰਨਾਂ ਕੇਸਾਂ 'ਚ ਉਹਨੂੰ ਜ਼ਮਾਨਤ ਮਿਲ ਚੁੱਕੀ ਆ। ਠੀਕ ਹੈ, ਉਹ ਕੱਲ ਦੀ ਬਾਹਰ ਆ ਚੁੱਕੀ ਆ। ਅੱਜ ਉਹ ਸਟੇਜਾਂ ਤੋਂ ਜਿਹੜੀ ਆ ਉਹ ਸੰਬੋਧਨ ਕਰਕੇ ਆਈ ਆ। ਉਹਨੇ ਆਪਣਾ ਸਮਰਥਨ ਇਸ ਕਿਸਾਨੀ ਅੰਦੋਲਨ ਨੂੰ ਦਿੱਤਾ ਹੈ ਤੇ ਕਿਸਾਨੀ ਅੰਦੋਲਨ ਦੇ ਨਾਲ ਚੱਲਣ ਦੀ ਉਹਨੇ ਗੱਲ ਕੀਤੀ ਆ। ਉਹਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਂਝਾ ਸੰਘਰਸ਼ ਆ ਤੇ ਮਜ਼ਦੂਰਾਂ ਦੇ ਲਈ ਅਸੀਂ ਪਹਿਲਾਂ ਲੜਦੇ ਸੀ ਤੇ ਕਿਸਾਨ ਆਗੂਆਂ ਨੇ ਕਿਸਾਨਾਂ ਦੀ ਗੱਲ ਕੀਤੀ ਆ। ਕਿਉਂਕਿ ਜੇ ਕਹੀਏ ਇਕੱਲੇ ਕਿਸਾਨ ਆਗੂਆਂ ਦੀ ਕੀਤੀ ਆ ਤਾਂ ਮੈਂ ਕਹਿੰਦਾ ਟਵਾਣਾ ਸਾਹਿਬ ਇਹ ਗਲਤ ਹੋਊਗੀ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਕਿਸਾਨਾਂ ਦੀ ਜਿਹੜੀਆਂ ਉਹ ਕਿਸਾਨ ਮਜ਼ਦੂਰ ਕਮੇਟੀ ਦੇ ਨਾਮ ਤੇ ਬਣੀਆਂ ਹੋਈਆਂ, ਉਹਦੇ 'ਚ ਕਿਸਾਨ ਵੀ ਆ, ਉਹਦੇ 'ਚ ਮਜ਼ਦੂਰ ਵੀ ਆ, ਸਾਰੇ ਹੀ ਉਹਦੇ 'ਚ ਸ਼ਾਮਲ ਨੇ। ਇਸ ਕਰਕੇ ਟਵਾਣਾ ਸਾਹਿਬ ਨਵਦੀਪ ਕੌਰ ਨੇ ਇੱਕ ਤਾਂ ਆਪਣੀ ਵਿਥਿਆ ਜੇਲ੍ਹ ਦੀ ਜਿਹੜੀ ਮੈਂ ਪਹਿਲਾਂ ਵਰਣਨ ਕੀਤਾ ਸੀ, ਉਹਨੇ ਆ ਕੇ ਉਹ ਬਿਆਨ ਕੀਤੀ ਆ ਕਿ ਉਹਦੇ ਨਾਲ ਹੁਣ ਤੱਕ ਕੀ ਕੁਝ ਵਾਪਰਿਆ। ਦੂਸਰੀ ਗੱਲ ਆ ਕਿ ਉਹਨੇ ਇਸ ਪੂਰੇ ਅੰਦੋਲਨ ਦੇ ਵਿੱਚ ਨਾਲ ਚੱਲਣ ਦੀ ਜਿਹੜੀ ਗੱਲ ਕੀਤੀ ਆ, ਉਹ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਵੀ ਬਲ ਮਿਲਦਾ। ਭਾਵੇਂ ਕਿ ਮੈਂ ਸ਼ੁਰੂ 'ਚ ਕਹਿੰਦਾ ਸੀ ਕਿ ਨਵਦੀਪ ਕੌਰ ਜਿਹੜੀ ਆ ਉਹਦਾ ਇਸ ਕਿਸਾਨੀ ਅੰਦੋਲਨ ਦਿੱਲੀ ਵਾਲੇ ਨਾਲ ਕੋਈ ਤਲੁਕਾਤ ਨਹੀਂ ਸੀ, ਪਰ ਫਿਰ ਵੀ ਜਿੱਦਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ RS ਚੀਮਾ ਐਡਵੋਕੇਟ ਦੀ ਅਗਵਾਈ 'ਚ 8 ਮੈਂਬਰੀ ਟੀਮ ਬਣੀ ਹੋਈ ਆ, ਉਹਨਾਂ ਨੇ ਫਿਰ ਵੀ ਉਹਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਦਿੱਤੀ ਆ। ਇਹ ਵੀ ਪ੍ਰਸ਼ੰਸਾ ਕਿਤੇ ਨਾ ਕਿਤੇ ਉਹਨਾਂ ਦੀ ਕਰਨੀ ਬਣਦੀ ਆ। ਪਰ ਨਵਦੀਪ ਕੌਰ ਨੇ ਫਿਰ ਵੀ ਟਵਾਣਾ ਸਾਹਿਬ ਕੋਈ ਵਾਵੇਲਾ ਨਹੀਂ ਕੀਤਾ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੀ ਇਹ ਹੁਣ ਤੱਕ ਐਜੀਟੇਸ਼ਨ ਲੜਦਾ ਆ ਰਿਹਾ ਉਹਨਾਂ ਨੂੰ ਉਹ ਸਮਰਥਨ ਦੇ ਕੇ ਆਈ ਆ। ਤਾਂ ਉਹਨੇ ਕਿਹਾ ਕਿ ਅਸੀਂ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਇਸ ਅੰਦੋਲਨ ਦੇ ਵਿੱਚ ਸਾਡੀ ਭਾਗੀਦਾਰੀ ਜਿਹੜੀ ਉਹ ਰਹੇਗੀ ਤੇ ਅਸੀਂ ਇੱਕ ਅੰਦੋਲਨ ਦਾ ਹਿੱਸਾ ਰਹਾਂਗੇ। ਇਹ ਇੱਕ ਪੋਜ਼ਿਟਿਵ ਗੱਲ ਜਿਹੜੀ ਆ ਇਹ ਉੱਭਰ ਕੇ ਸਾਹਮਣੇ ਆਈ ਹੈ। ਜੀ ਸੁਰਿੰਦਰ ਜੀ, ਸੋ ਇਸ ਦੇ ਨਾਲ ਹੀ ਆਪਾਂ ਹੁਣ ਸਰੋਤਿਆਂ ਤੋਂ ਆਗਿਆ ਲਈਏ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋਮਵਾਰ ਨੂੰ ਫੇਰ ਮਿਲਦੇ ਹਾਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਜੀ, ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੋ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਸੋ ਦੋਸਤੋ, ਇਸ ਦੇ ਨਾਲ ਮੈਨੂੰ ਵੀ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਖੁੱਲ੍ਹ ਦਿਓ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਦਿਹਾੜਾ ਐਤਵਾਰ ਨੂੰ ਤੇ ਉਸ ਦੌਰਾਨ ਦੇਸ਼ ਭਰ ਦੇ ਵਿੱਚ ਇਹ ਦਿਹਾੜਾ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਹਾਲਾਂਕਿ ਇਸ ਦੌਰਾਨ ਇਸ ਵਾਰੀ ਬਨਾਰਸ ਜਿਹੜਾ ਪੰਜਾਬ ਤੋਂ ਵੱਡੀ ਤਾਦਾਦ ਦੇ ਵਿੱਚ ਲੋਕ ਸ਼ਰਧਾ ਵਸ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜਿਹੜੀ ਆਗਿਆ ਨਹੀਂ ਦਿੱਤੀ ਗਈ। ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਚੱਲਦੀ ਸੀ, ਉਹ ਇਸ ਵਾਰੀ ਉਹਨਾਂ ਨੂੰ ਵੀ ਆਗਿਆ ਕਰੋਨਾ ਦੇ ਕਾਰਨ ਨਹੀਂ ਦਿੱਤੀ, ਜਿਸ ਤਰ੍ਹਾਂ ਨਨਕਾਣਾ ਸਾਹਿਬ ਦੇ ਯਾਤਰੀਆਂ ਨੂੰ ਵੀ ਨਹੀਂ ਦਿੱਤੀ ਤੇ ਜਾਣ ਵਾਸਤੇ ਇੰਡੀਆ ਤੋਂ। ਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ
ਅੱਜ ਸ਼ਨੀਵਾਰ ਵਾਲੇ ਦਿਨ ਸੰਤ ਕਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਸ਼ਰਧਾਂਜਲੀ ਉਹਨਾਂ ਨੂੰ ਭੇਂਟ ਕੀਤੀ ਹੈ। ਤੇ ਪ੍ਰਿੰਕਾ ਵਾਡਰਾ ਨੇ ਵੀ ਬਨਾਰਸ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ 'ਚ ਜਾ ਕੇ ਆਪਣੀ ਸ਼ਰਧਾ ਅਕੀਦਤ ਭੇਟ ਕੀਤੀ ਹੈ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਇਸ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ। 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 ਧੰਨਵਾਦ।